ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ ਪੰਜਾਬੀ ਸਟੋਰੀ ਮਿਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਰਮਨਦੀਪ ਕੌਰ ਰਿਮੀ ਦੁਆਰਾ ਲਿਖੀ ਗਈ ਕਹਾਣੀ ਦੂਜਾ ਵਿਆਹ ਲੈ ਕੇ ਆਏ ਹਾਂ। ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ। ਆਓ ਸ਼ੁਰੂ ਕਰਦੇ ਹਾਂ। ਮੇਰੇ ਤਲਾਕ ਹੋਏ ਨੂੰ 2 ਸਾਲ ਦਾ ਸਮਾਂ ਬੀਤ ਗਿਆ ਸੀ, ਪਰ ਅਜੇ ਤੱਕ ਕੋਈ ਵੀ ਮੁੰਡਾ ਮੇਰੇ ਦੂਜੇ ਵਿਆਹ ਲਈ ਮੇਰੇ ਪਰਿਵਾਰ ਨੂੰ ਪਸੰਦ ਨਹੀਂ ਸੀ ਆਇਆ। ਰਿਸ਼ਤੇ ਤਾਂ ਬਹੁਤ ਆ ਰਹੇ ਸਨ, ਪਰ ਕਿਸੇ ਵੀ ਵਿੱਚ ਕੋਈ ਕਮੀ, ਕਿਸੇ ਵਿੱਚ ਕੋਈ ਕਮੀ। ਕੋਈ ਮੇਰੇ ਬੇਟੇ ਨੂੰ ਰੱਖਣੋਂ ਨਾ ਕਰ ਦਿੰਦਾ, ਇਸ ਕਰਕੇ ਕਿਤੇ ਵੀ ਗੱਲ ਅੱਗੇ ਨਾ ਵਧੀ। ਫਿਰ ਅਗਸਤ 2019 ਨੂੰ ਮੈਨੂੰ ਮੇਰੇ ਭਤੀਜੇ ਨੇ ਇੱਕ ਆਂਟੀ ਦਾ ਨੰਬਰ ਦਿੱਤਾ ਤੇ ਉਸਨੂੰ ਵੀ ਮੇਰਾ ਨੰਬਰ ਦੇ ਦਿੱਤਾ। ਨਾਲ ਹੀ ਮੇਰੀ ਫੋਟੋ ਵੀ ਉਸਨੂੰ ਭੇਜ ਦਿੱਤੀ। ਹੁਣ ਉਹ ਆਂਟੀ ਰੋਜ਼ ਮੈਨੂੰ ਇੱਕ ਦੋ ਮੁੰਡਿਆਂ ਦੀਆਂ ਫੋਟੋਆਂ ਭੇਜਦੀ ਰਹਿੰਦੀ, ਪਰ ਉਹੀ ਪੰਗਾ ਰੋਜ਼ ਪੈ ਜਾਂਦਾ, ਕਿਤੇ ਗੱਲ ਨਾ ਤੁਰਦੀ। ਕਿੰਨੀ ਵਾਰੀ ਉਹ ਮੈਨੂੰ ਘਰ ਵੀ ਮਿਲਣ ਆਈ, ਪਰ ਉਹ ਪੈਸੇ ਲੈ ਕੇ ਰਿਸ਼ਤੇ ਕਰਵਾਉਂਦੀ ਸੀ। ਇਸ ਕਰਕੇ ਮੇਰੇ ਪਰਿਵਾਰ ਵਾਲੇ ਜਦੋਂ ਦੇਖਣ ਜਾਂਦੇ ਤਾਂ ਮੁੰਡੇ ਵਿੱਚ ਕੋਈ ਨਾ ਕੋਈ ਖੋਟ ਹੁੰਦੀ। ਫਿਰ ਅਪ੍ਰੈਲ 2020 ਨੂੰ ਇੱਕ ਦਿਨ ਉਸਨੇ ਮੈਨੂੰ ਇੱਕ ਫੋਟੋ ਭੇਜੀ ਤੇ ਕਿਹਾ, ਤੇਰੀਆਂ ਸਾਰੀਆਂ ਸ਼ਰਤਾਂ ਮੁੰਡੇ ਵਾਲੇ ਨੇ ਮੰਨ ਲਈਆਂ, ਹੁਣ ਤੂੰ ਆਪਣੇ ਘਰਦਿਆਂ ਨੂੰ ਮੁੰਡਾ ਦੇਖਣ ਲਈ ਭੇਜ ਦੇ। ਛੇਤੀ ਕਰਿਓ, ਕਿਤੇ ਕੋਈ ਹੋਰ ਨਾ ਨੰਬਰ ਲਾ ਲਵੇ। ਮੈਨੂੰ ਉਸਦੀਆਂ ਗੱਲਾਂ ਅਜੀਬ ਵੀ ਬਹੁਤ ਲੱਗੀਆਂ, ਪਰ ਮੈਂ ਚਾਹ ਕੇ ਵੀ ਉਸਨੂੰ ਕੁਝ ਨਾ ਕਹਿ ਸਕੀ, ਕਿਉਂਕਿ ਜੇ ਮੈਂ ਕੁਝ ਕਹਿੰਦੀ ਸੀ ਤਾਂ ਉਸਨੂੰ ਇਹ ਲੱਗਦਾ ਸੀ ਕਿ ਮੈਂ ਵਿਆਹ ਹੀ ਨਹੀਂ ਕਰਵਾਉਣਾ ਚਾਹੁੰਦੀ, ਬਸ ਆਪਣੇ ਪਰਿਵਾਰ ਨੂੰ ਤੇ ਉਸਨੂੰ ਖੱਜਲ ਖੁਆਰ ਕਰ ਰਹੀ ਹਾਂ। ਕਈ ਦਿਨ ਲੰਘੇ, ਉਸਨੇ ਫਿਰ ਮੈਨੂੰ ਫੋਨ ਕਰਕੇ ਮੁੰਡਾ ਦੇਖਣ ਬਾਰੇ ਪੁੱਛਿਆ ਤਾਂ ਮੈਂ ਆਪਣੇ ਘਰ ਸਾਰਿਆਂ ਨੂੰ ਮੁੰਡੇ ਦੀ ਫੋਟੋ ਦਿਖਾਈ ਤੇ ਸਾਰੀਆਂ ਗੱਲਾਂ ਸਪਸ਼ਟ ਜਿਵੇਂ ਜਿਵੇਂ ਮੈਨੂੰ ਉਸ ਆਂਟੀ ਨੇ ਦੱਸੀਆਂ ਸੀ ਉਵੇਂ ਹੀ ਦੱਸ ਦਿੱਤੀਆਂ। ਕਈ ਦਿਨ ਮੇਰੇ ਪਰਿਵਾਰਕ ਮੈਂਬਰਾਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਫਿਰ ਮੇਰੇ ਭਰਾ ਨੂੰ ਹੀ ਸਭ ਤੋਂ ਪਹਿਲਾਂ ਮੁੰਡਾ ਦੇਖਣ ਲਈ ਕਿਹਾ ਗਿਆ। ਮੁੰਡਾ ਮੇਰੇ ਪਿੰਡ ਤੋਂ 4-5 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਵਿੱਚ ਹੀ ਰਹਿੰਦਾ ਸੀ। ਉਦਾਂ ਕਿਸੇ ਪਿੰਡ ਤੋਂ ਸੀ, ਪਰ ਬਹੁਤ ਸਮੇਂ ਤੋਂ ਉਹ ਉੱਥੇ ਹੀ ਰਹਿ ਰਹੇ ਸਨ। ਖੈਰ, ਇੱਕ ਦਿਨ ਮੇਰਾ ਭਰਾ ਆਪਣੀ ਦੁਕਾਨ, ਜੋ ਕਿ ਉਸੇ ਸ਼ਹਿਰ ਵਿੱਚ ਹੈ, ਬੰਦ ਕਰਕੇ ਉਸ ਮੁੰਡੇ ਨੂੰ ਮਿਲਣ ਚਲਾ ਗਿਆ। ਵਿਚੋਲੇ ਉਸਨੂੰ ਉਸ ਮੁੰਡੇ ਦੀ ਵਰਕਸ਼ਾਪ ਵਿੱਚ ਹੀ ਲੈ ਗਏ। ਉਹ ਪਹੁੰਚੇ ਤਾਂ ਉਹ ਸਾਹਮਣੇ ਮਸ਼ੀਨ ਦੀ ਮੁਰੰਮਤ ਕਰਨ ਵਿੱਚ ਰੁੱਝਿਆ ਹੋਇਆ ਸੀ। ਵਿਚੋਲਿਆਂ ਨੂੰ ਦੇਖ ਕੇ ਉਸਨੇ ਕੰਮ ਕਰਨਾ ਬੰਦ ਕੀਤਾ ਤੇ ਗੱਲਬਾਤ ਕਰਨ ਲੱਗ ਗਿਆ। 10 ਮਿੰਟ ਗੱਲਾਂ ਕਰਕੇ ਮੇਰੇ ਭਰਾ ਨੇ ਉਸਨੂੰ ਕਿਹਾ, ਚਲੋ ਠੀਕ ਆ ਜੀ, ਕਿਸੇ ਦਿਨ ਘਰ ਦਿਖਾ ਦਿਓ ਮੈਨੂੰ ਆਪਣਾ, ਟਾਈਮ ਜਿਹਾ ਕੱਢ ਕੇ, ਫਿਰ ਅੱਗੇ ਗੱਲ ਕਰੀਏ ਆਪਾਂ। ਉਸਨੇ ਦੱਸਿਆ, ਕੋਈ ਨਹੀਂ ਵੀਰੇ, ਮਿਲਾਂ ਦੀ ਬਿਜਲੀ ਦਾ ਬੁੱਧਵਾਰ ਨੂੰ ਕੱਟ ਹੁੰਦਾ, ਉਸ ਦਿਨ ਮੈਂ ਕਿਸੇ ਪਾਸੇ ਘੁੰਮਣ ਲੰਘ ਜਾਂਦਾ ਹੁੰਨਾ ਆ। ਇਸ ਬੁੱਧਵਾਰ ਮੈਂ ਘਰ ਹੀ ਰੁਕ ਜਾਊਂਗਾ, ਤੁਸੀਂ ਜਦ ਮਰਜ਼ੀ ਆ ਜਾਇਓ ਉਸ ਦਿਨ। ਮੇਰਾ ਭਰਾ ਉਸਨੂੰ, ਠੀਕ ਹੈ ਜੀ, ਆ ਜਾਊਂਗਾ ਮੈਂ ਸ਼ਾਮ ਨੂੰ, ਦੁਕਾਨ ਬੰਦ ਕਰਕੇ। ਆਉਣ ਤੋਂ ਪਹਿਲਾਂ ਮੈਂ ਆਂਟੀ ਨੂੰ ਫੋਨ ਕਰਕੇ ਦੱਸ ਦਊਂ, ਦਿਨ 'ਚ ਤੁਸੀਂ ਜਿੱਥੇ ਮਰਜ਼ੀ ਘੁੰਮਾਇਓ, ਕਹਿ ਕੇ ਮੇਰਾ ਭਰਾ ਘਰ ਆ ਗਿਆ। ਸਾਰੇ ਪਰਿਵਾਰ ਨੇ ਬੈਠ ਕੇ ਆਪਸ ਵਿੱਚ ਗੱਲ ਕੀਤੀ। ਜਿਵੇਂ ਦੀਆਂ ਗੱਲਾਂ ਉਸ ਮੁੰਡੇ ਨੇ ਉਸਦੇ ਨਾਲ ਕੀਤੀਆਂ, ਉਸਨੇ ਸਾਰੀਆਂ ਮੰਮੀ ਪਾਪਾ ਨੂੰ ਦੱਸ ਦਿੱਤੀਆਂ ਤੇ ਫਿਰ ਆਪਣੀ ਉਸਦਾ ਘਰ-ਬਾਰ ਦੇਖਣ ਵਾਲੀ ਸਲਾਹ ਵੀ ਉਹਨਾਂ ਨਾਲ ਕਰ ਲਈ ਅਤੇ ਬੁੱਧਵਾਰ ਨੂੰ ਜਾ ਕੇ ਉਸਦਾ ਘਰ ਦੇਖ ਆਇਆ। ਸ਼ਾਮ ਨੂੰ ਘਰ ਆ ਕੇ ਉਸਨੇ ਦੱਸਿਆ, ਘਰ ਖੁੱਲਾ ਹੈ, 3 ਵਿਸਵੇ ਵਿੱਚ ਬਣਿਆ ਹੋਇਆ ਆ, ਪੱਕਾ ਹੈ ਸਾਰਾ। ਅੰਦਰ ਕਾਲੇ ਫਰਸ਼ ਨੇ, ਬਾਹਰ ਵਿਹੜੇ 'ਚ ਲੋਕੇਟ ਲੱਗੀ ਹੋਈ ਆ। ਕਿਰਾਏ ਤੇ ਦਿੱਤਾ ਹੋਇਆ ਇੱਕ ਰੂਮ ਤਾਂ 2 ਖਾਲੀ ਨੇ, ਉਹਨਾਂ 'ਚੋਂ ਇੱਕ ਦੀ ਅਜੇ ਤਿਆਰੀ ਨਹੀਂ ਹੋਈ। ਮੈਨੂੰ ਤਾਂ ਠੀਕ ਆ, ਬਾਕੀ ਤੁਸੀਂ ਦੇਖ ਲਓ, ਇਹਨੂੰ ਪੁੱਛ ਲਓ, ਬਾਕੀ ਸਲਾਹ ਕਰ ਲਓ, ਫਿਰ ਦੇਖਣ ਨੂੰ ਕਹਿੰਦੇ ਨੇ ਉਹ, ਫਿਰ ਟਾਈਮ ਦੇ ਦੇਈਏ ਉਹਨਾਂ ਨੂੰ। ਇੱਕ ਤਰ੍ਹਾਂ ਨਾਲ ਮੇਰੇ ਭਰਾ ਨੂੰ ਉਹ ਤੇ ਉਸਦਾ ਘਰ ਪਸੰਦ ਆ ਚੁੱਕਿਆ ਸੀ, ਪਰ ਮੈਨੂੰ ਪਤਾ ਨਹੀਂ ਕਿਉਂ ਮੁੰਡੇ ਦੀ ਉਮਰ ਵੱਧ ਲੱਗ ਰਹੀ ਸੀ। ਉਹਨਾਂ ਨੇ 37 ਸਾਲ ਦੱਸੀ ਸੀ, ਪਰ ਮੈਨੂੰ ਉਹ 42-43 ਸਾਲ ਦਾ ਲੱਗਦਾ ਸੀ। ਮੈਂ ਹਜੇ ਮਨ ਹੀ ਮਨ ਕੁਝ ਕਹਿਣ ਦੀ ਸੋਚ ਹੀ ਰਹੀ ਸੀ ਕਿ ਮੰਮੀ ਬੋਲ ਪਏ, ਪਹਿਲਾਂ ਕੀ ਗੱਲ ਹੋ ਗਈ ਸੀ, ਤਲਾਕ ਖਤਮ ਹੋਇਆ ਏ? ਉਹ ਤਾਂ ਕਹਿੰਦੇ ਵੀ ਕੁੜੀ ਦੀ ਹੀ ਗਲਤੀ ਸੀ, ਕਹਿੰਦੇ ਇਹਨੂੰ ਕੰਮ ਤੇ ਤੋਰ ਕੇ, ਜਵਾਕਾਂ ਨੂੰ ਸਕੂਲ ਤੋਰ ਕੇ ਉਹ ਕੱਪੜੇ ਪਾ ਕੇ ਲੰਘ ਜਾਂਦੀ ਸੀ ਕਿਧਰੇ, ਸ਼ਾਮ ਨੂੰ ਆ ਜਾਂਦੀ ਸੀ, ਕਹਿੰਦੇ ਇਹਦੇ ਆਉਣ ਤੋਂ ਪਹਿਲਾਂ। ਮੇਰੇ ਭਰਾ ਨੇ ਦੱਸਿਆ, ਹੋਰ ਕੌਣ ਕੌਣ ਆ ਟੱਬਰ, ਕਿੱਡਾ ਕਾ? ਮੰਮੀ ਨੇ ਅੱਗੇ ਸਵਾਲ ਕੀਤਾ। 2 ਭੈਣਾਂ ਨੇ, ਵਿਆਹੀਆਂ ਹੋਈਆਂ ਨੇ, ਰਹਿੰਦੀਆਂ ਪਰ ਸ਼ਹਿਰ 'ਚ ਹੀ ਨੇ। ਇਹਦੇ ਘਰ ਤੋਂ ਫਰਕ ਨਾਲ ਛੋਟਾ ਭਰਾ ਨਾਲ ਹੀ ਮਕਾਨ ਆ, ਉੱਥੇ ਰਹਿੰਦਾ ਆ। ਅੱਡਾ ਇਹ ਇਕੱਲਾ ਆ ਅੱਡਾ। ਬੇਬੇ ਬਾਪੂ ਤਾਂ ਕਹਿੰਦੇ ਨਿਆਣੇ ਹੁੰਦਿਆਂ ਤੇ ਮੁੱਕੇ ਸੀ। ਮੇਰੇ ਭਰਾ ਨੇ ਦੱਸਿਆ। ਇਹਦੇ ਜਵਾਕ ਨਹੀਂ ਸੀ ਕੋਈ? ਮੰਮੀ ਪੁੱਛਣ ਲੱਗੀ। ਹੈਗੇ ਸੀ, ਕਹਿੰਦੇ 2 ਜਵਾਕ, ਮੁੰਡਾ ਕੁੜੀ, ਉਹ ਨਾਲ ਲੈ ਗਏ। ਉਹਨਾਂ ਦਾ ਤਾਂ ਕਹਿੰਦੇ ਨਿਬੜਿਆ ਹੋਇਆ ਏ ਸਾਰਾ। ਮੇਰੇ ਭਰਾ ਨੇ ਦੱਸਿਆ। ਦੇਣ ਲੈਣ ਦੀ ਗੱਲ ਪਹਿਲਾਂ ਖੋਲ ਲੈਂਦਾ, ਨਾਲੇ ਗਗਨ ਦੀ ਗੱਲ ਪਹਿਲਾਂ ਕਰਨੀ ਆ, ਬਾਅਦ 'ਚ ਅਗਲਾ ਫੇਰ ਬੋਲੂ ਨਹੀਂ। ਮੰਮੀ ਨੇ ਕਿਹਾ,
ਸਾਰੀ ਗੱਲ ਕਰ ਲਈ ਮੈਂ ਪਹਿਲਾਂ ਹੀ ਉਹਨਾਂ ਨਾਲ। ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ। ਭਰਾ ਨੇ ਜਵਾਬ ਦਿੱਤਾ। ਪੜਿਆ ਕਿੰਨਾ ਕਾ? ਕੀਤਾ ਕੀ ਹੋਇਆ ਉਹਨੇ? ਤਨਖਾਹ ਕਿੰਨੀ ਲੈਂਦਾ ਕੰਮ ਤੋਂ? ਮੰਮੀ ਨੇ ਪੁੱਛਿਆ। ਪੜਿਆ ਤਾਂ 5-6 ਕੀ ਆ, ਉਹ ਬੋਲਣ ਦੀ ਅਕਲ ਆ, ਅੰਗਰੇਜ਼ੀ ਵੀ ਵਧੀਆ ਬੋਲਦਾ ਆ। ਬਾਕੀ ਤਨਖਾਹ ਕਹਿੰਦਾ ਵੀਕ ਬਣ ਜਾਂਦਾ ਏ ਓਵਰ ਟਾਈਮ ਲਾ ਕੇ। ਮੇਰੇ ਭਰਾ ਨੇ ਦੱਸਿਆ। ਚੱਲ ਬਾਕੀ ਤਾਂ ਇਹਨੇ ਆਪੇ ਗੱਲਾਂ ਕਰ ਲੈਣੀਆਂ ਨੇ ਸਭ, ਕਰ ਲੋ ਜਿਵੇਂ ਕਰਨਾ ਫਿਰ, ਮੰਮੀ ਨੇ ਜਵਾਬ ਦਿੱਤਾ। ਹੁਣ ਮੰਮੀ ਨੇ ਵੀ ਇੱਕ ਤਰ੍ਹਾਂ ਦੀ ਮਨਜ਼ੂਰੀ ਦੇ ਦਿੱਤੀ ਸੀ, ਪਰ ਮੈਨੂੰ ਸੀ ਕਿ ਜਦੋਂ ਦੇਖ ਦਿਖਾਈ ਹੋਵੇਗੀ ਤਾਂ ਮੈਂ ਉਦੋਂ ਆਪਣੇ ਆਪ ਹੀ ਤਸੱਲੀ ਕਰ ਲੈਣੀ ਆ, ਫਿਰ ਹੀ ਮੈਂ ਹਾਂ ਕਰੂੰਗੀ। ਪਰ ਮੈਨੂੰ ਨਹੀਂ ਸੀ ਪਤਾ ਕਿ ਅੱਗੇ ਮੇਰੇ ਨਾਲ ਕੀ ਹੋਣਾ ਆ। ਕਰਦੇ ਕਰਾਉਂਦੇ ਮਈ ਮਹੀਨਾ ਲੰਘ ਗਿਆ ਤੇ ਜੂਨ ਆ ਗਿਆ। ਫਿਰ 22 ਜੂਨ 2020 ਦਾ ਦੇਖ ਦਿਖਾਈ ਦਾ ਦਿਨ ਰੱਖਿਆ ਗਿਆ ਅਤੇ ਸਾਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਕਰਨ ਲੱਗ ਪਏ। ਪਰ ਮੈਨੂੰ ਬਿਲਕੁਲ ਵੀ ਖੁਸ਼ੀ ਨਹੀਂ ਸੀ ਹੋ ਰਹੀ, ਸਮਝ ਨਹੀਂ ਸੀ ਆ ਰਿਹਾ ਕੀ ਗੱਲ ਹੈ। ਫਿਰ 22 ਨੂੰ ਸਵੇਰੇ ਜਲਦੀ ਕੰਮ ਕਰਕੇ ਸਾਰਾ ਪਰਿਵਾਰ ਤਿਆਰ ਹੋ ਗਿਆ, ਪਰ ਮੇਰੇ ਪਾਪਾ ਨੇ ਜਾਣ ਤੋਂ ਮਨਾ ਕਰਦੇ ਹੋਏ ਕਿਹਾ, ਜੇ ਮੁੰਡਾ ਇਹਦੇ ਫਿੱਟ ਆ ਗਿਆ ਸ਼ਗਨ ਕਰ ਦਿਓ, ਮੈਨੂੰ ਫੋਨ ਕਰ ਲਿਓ ਜਿਵੇਂ ਦਾ ਪ੍ਰੋਗਰਾਮ ਹੋਇਆ। ਅਸੀਂ, ਮੈਂ, ਮੇਰੇ ਭਰਾ ਭਰਜਾਈ, ਮੰਮੀ, ਭਤੀਜੀ, ਮੇਰਾ ਬੇਟਾ ਸਾਰੇ ਹੀ ਸ਼ਹਿਰ ਦੀ ਮਸ਼ਹੂਰ ਪਾਰਕ ਵਿੱਚ ਪਹੁੰਚ ਗਏ। ਅਸੀਂ ਅਜੇ ਪਾਰਕ ਦੇ ਦਰਵਾਜ਼ੇ ਤੇ ਹੀ ਖੜੇ ਸੀ ਕਿ ਮੁੰਡੇ ਦੀ ਭੈਣ ਤੇ ਜੀਜਾ ਸਾਡੇ ਕੋਲੋਂ ਲੰਘ ਕੇ ਗਏ। ਮੈਂ ਮੁੰਡੇ ਦੀ ਫੋਟੋ ਦੇਖੀ ਹੋਈ ਸੀ, ਇਸ ਲਈ ਮੈਂ ਉਸ ਦੀ ਭੈਣ ਨੂੰ ਪਹਿਚਾਨ ਲਿਆ। ਉਸ ਦੀ ਭੈਣ ਦੀ ਸ਼ਕਲ ਉਸ ਦੇ ਨਾਲ ਬਹੁਤ ਮਿਲਦੀ ਜੁਲਦੀ ਸੀ। ਉਹ ਮੇਰੇ ਵੱਲ ਧਿਆਨ ਨਾਲ ਦੇਖਦੀ ਕੋਲੋਂ ਲੰਘਦੀ ਹੋਈ ਆਪਣੇ ਪਤੀ ਨੂੰ ਕਹਿ ਰਹੀ ਸੀ, ਆਹ ਕੁੜੀ ਆ, ਮੈਂ ਫੋਟੋ ਦੇਖੀ ਸੀ, ਬਹੁਤ ਸੋਹਣੀ ਆ ਕੁੜੀ ਤਾਂ। ਫਿਰ ਅਸੀਂ ਵੀ ਪਾਰਕ ਅੰਦਰ ਜਾ ਕੇ ਬੈਠ ਗਏ। ਫਿਰ ਵਿਚੋਲਨ ਮੇਰੇ ਕੋਲ ਆ ਕੇ ਬੈਠ ਗਈ ਤੇ ਮੈਨੂੰ ਸਮਝਾਉਣ ਲੱਗ ਪਈ, ਦੇਖ ਬੇਟਾ, ਹੁਣੇ ਮੁੰਡਾ ਆਊਗਾ, ਕੰਮ 'ਚ ਬਿਜ਼ੀ ਆ, ਤੂੰ ਦੇਖ ਕੇ ਦੱਸ ਦੇ ਮੈਨੂੰ ਇਸ਼ਾਰੇ ਨਾਲ। ਮੈਨੂੰ ਉਸਦੀ ਇਹ ਗੱਲ ਪਸੰਦ ਨਹੀਂ ਸੀ ਆਈ। ਮੈਂ ਕਿਹਾ, ਨਹੀਂ ਆਂਟੀ, ਮੈਂ ਤਾਂ ਪਹਿਲਾਂ ਗੱਲ ਕਰਨੀ ਆ, ਫੇਰ ਦੱਸੂਗੀ। ਉਸਨੇ ਨਾ ਚਾਹੁੰਦੇ ਹੋਏ ਵੀ ਮੈਨੂੰ ਹਾਂ ਵਿੱਚ ਸਿਰ ਹਿਲਾ ਦਿੱਤੀ, ਪਰ ਉਸਦੇ ਚਿਹਰੇ ਨੂੰ ਮੈਂ ਪੜ੍ਹ ਕੇ ਉਸਦੀ ਨਾਂ ਦਾ ਅੰਦਾਜ਼ਾ ਲਗਾ ਲਿਆ ਸੀ। ਫਿਰ ਮੈਨੂੰ ਇੱਕ ਪਰਿਵਾਰ ਵਿੱਚ ਲੈ ਜਾ ਕੇ ਬਿਠਾਇਆ ਗਿਆ ਤੇ ਉਹਨਾਂ ਨਾਲ ਮੇਰੀ ਜਾਣ ਪਹਿਚਾਨ ਕਰਾ ਦਿੱਤੀ ਗਈ, ਪਰ ਉਹ ਪਤਾ ਨਹੀਂ ਕਿੱਥੇ ਸੀ, ਨਜ਼ਰ ਹੀ ਨਹੀਂ ਸੀ ਆ ਰਿਹਾ। ਮੇਰੀ ਆਦਤ ਹੈ ਕਿ ਮੈਂ ਬਹੁਤਾ ਕਿਸੇ ਦੀ ਉਡੀਕ ਨਹੀਂ ਕਰ ਸਕਦੀ। ਉਡੀਕ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਕੰਮ ਆ। ਉਹ ਆ ਹੀ ਨਹੀਂ ਸੀ ਰਿਹਾ ਤੇ ਬਾਰ-ਬਾਰ ਬਸ ਆ ਰਿਹਾ ਏ ਕਹਿ ਕੇ ਉਸਦੀ ਭੈਣ ਮੇਰੇ ਪਰਿਵਾਰ ਨੂੰ ਚੁੱਪ ਕਰਾ ਕੇ ਬਿਠਾ ਦਿਆ ਕਰਦੀ। ਫਿਰ ਅਚਾਨਕ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਅਜੇ ਜਦੋਂ ਤੱਕ ਮੁੰਡਾ ਨਹੀਂ ਆਉਂਦਾ ਮੇਰੇ ਨਾਲ ਗੱਲ ਕਰ ਲੈਣੀ ਚਾਹੀਦੀ ਆ। ਉਹ ਤਿੰਨੋਂ ਜਣੀਆਂ, ਮੁੰਡੇ ਦੀਆਂ ਦੋਵੇਂ ਭੈਣਾਂ ਤੇ ਛੋਟੀ ਭਰਜਾਈ, ਮੇਰੇ ਨਾਲ ਵਾਲੀ ਸੀਮੈਂਟ ਦੀ ਕੁਰਸੀ ਤੇ ਬੈਠੀਆਂ ਸੀ। ਉਹਨਾਂ ਵਿੱਚ ਕੁਸਰ-ਮੁਸਰ ਸ਼ੁਰੂ ਹੋ ਗਈ। ਮੈਨੂੰ ਸਾਫ਼-ਸਾਫ਼ ਸੁਣ ਰਹੀਆਂ ਸੀ। ਉਹ ਇੱਕ ਦੂਜੀ ਨੂੰ ਤੂੰ ਕਰ ਕਹਿ ਰਹੀਆਂ ਸੀ। ਸ਼ਾਇਦ ਮੇਰੇ ਨਾਲ ਗੱਲ ਕਰਨ ਲਈ ਕਹਿ ਰਹੀਆਂ ਸੀ। ਫਿਰ ਪਹਿਲਾਂ ਭਰਜਾਈ ਨੇ ਇਸ ਤਰ੍ਹਾਂ ਗਲਾ ਜਿਹਾ ਸਾਫ਼, ਜਿਵੇਂ ਕੋਈ ਗਾਣਾ ਸੁਣਾਉਣ ਤੋਂ ਪਹਿਲਾਂ ਗਾਇਕ ਕਰਦੇ ਹੁੰਦੇ ਆ। ਫਿਰ ਮੈਨੂੰ ਬੋਲੀ, ਨਾਮ ਕੀ ਹੈ ਦੀਦੀ ਤੁਹਾਡਾ? ਜੀ ਰਮਨਦੀਪ ਕੌਰ ਰਿਮੀ। ਮੈਂ ਜਵਾਬ ਦਿੱਤਾ। ਕੀ ਸਟੱਡੀ ਕੀਤੀ ਹੈ ਤੁਸੀਂ? ਉਸਦੇ ਨਾਲ ਵੱਡੀ ਬੈਠੀ ਭੈਣ ਨੇ ਪੁੱਛਿਆ। ਜੀ ਮੈਂ ਵੈਸੇ +2 ਕੀਤੀ ਹੋਈ ਆ, ਬਾਕੀ ਫਰਦਰ ਸਟੱਡੀਜ਼ ਵੀ ਕੀਤੀਆਂ ਹੋਈਆਂ ਨੇ, ਮੈਂ ਦੱਸਿਆ। ਹੋਰ ਕੀ ਕੀਤਾ ਹੋਇਆ ਹੈ ਤੁਸੀਂ ਵੈਸੇ? ਭਰਜਾਈ ਫਿਰ ਬੋਲ ਪਈ। ਮੈਂ ਬੇਸਿਕ ਕੰਪਿਊਟਰ, ਪ੍ਰੋਫੈਸ਼ਨਲ ਕੰਪਿਊਟਰ ਅਕਾਊਂਟਸ, ਡਰੈਸ ਡਿਜ਼ਾਈਨਰ, ਬਿਊਟੀ ਵਿੱਚ ਸਕਿਨ ਸਪੈਸ਼ਲਿਸਟ, ETT ਕੀਤੀ ਹੋਈ ਆ, ਮੈਂ ਦੱਸਿਆ। ਇਹ ETT ਕੀ ਹੁੰਦਾ ਹੈ ਦੀਦੀ? ਭਰਜਾਈ ਨੇ ਪੁੱਛਿਆ। ਉਦਾਂ ਤਾਂ ਉਹ ਬੜੀ ਇੰਗਲਿਸ਼ ਬੋਲ ਰਹੀ ਸੀ, ਪਰ ਪਤਾ ਨਹੀਂ ਉਸਨੂੰ ਸੱਚਮੁੱਚ ਨਹੀਂ ਸੀ ਪਤਾ ਕਿ ETT ਕੀ ਹੁੰਦੀ ਆ, ਜਾਂ ਫਿਰ ਉਹ ਮੈਨੂੰ ਜਾਣਬੁੱਝ ਕੇ ਇਸ ਤਰ੍ਹਾਂ ਦੇ ਸਵਾਲਾਂ ਵਿੱਚ ਉਲਝਾ ਰਹੀ ਸੀ। ਮੈਂ ਵੀ ਫੇਰ ਦੇਸੀਪਣਾ ਅਪਣਾ ਲਿਆ। ਐਲੀਮੈਂਟਰੀ ਸਕੂਲ ਵਿੱਚ ਮਾਸਟਰੀ ਲੱਗਣ ਦਾ ਕੋਰਸ ਕੀਤਾ ਹੈ ਮੈਂ ਜੀ। ਹੁਣ ਉਸਦਾ ਚਿਹਰਾ ਦੇਖਣ ਵਾਲਾ ਸੀ। ਬੇਟਾ ਕਿਹੜੀ ਕਲਾਸ 'ਚ ਪੜ੍ਹਦਾ ਏ? ਛੋਟੀ ਭੈਣ ਨੇ ਵੀ ਸਵਾਲ ਪੁੱਛ ਕੇ ਆਪਣਾ ਖਾਤਾ ਖੋਲ ਲਿਆ ਸੀ। ਜੀ ਉਹ 5ਵੀਂ ਵਿੱਚ ਪੜ੍ਹਦਾ ਏ, ਮੈਂ ਜਵਾਬ ਦਿੱਤਾ। ਸਾਨੂੰ ਤਾਂ ਘਰ ਸਾਂਭਣ ਵਾਲੀ ਕੁੜੀ ਚਾਹੀਦੀ ਆ, ਤੈਨੂੰ ਕਿਵੇਂ ਦਾ ਮੁੰਡਾ ਪਸੰਦ ਆ ਵੈਸੇ? ਵੱਡੀ ਭੈਣ ਨੇ ਪੁੱਛਿਆ। ਵੈਸੇ ਤਾਂ ਜੋ ਘਰਦਿਆਂ ਦੀ ਪਸੰਦ ਆ ਉਹੀ ਮੇਰੀ ਪਸੰਦ ਆ, ਪਰ ਫਿਰ ਵੀ ਮੈਨੂੰ ਇੱਕ ਤਾਂ ਮੁੰਡੇ ਨੂੰ 4 ਬੰਦਿਆਂ 'ਚ ਬੈਠ ਕੇ ਗੱਲ ਕਰਨ ਦਾ ਪਤਾ ਹੋਵੇ, ਦੂਜਾ ਸਰਦਾਰ ਮੁੰਡਾ ਮੈਨੂੰ ਪਸੰਦ ਆ, ਤੀਜਾ ਕੁਛ ਖਾਂਦਾ ਪੀਂਦਾ ਨਾ ਹੋਵੇ। ਮੈਂ ਆਪਣੀ ਪਸੰਦ ਦੱਸ ਦਿੱਤੀ। ਦੇਖ ਬਈ, ਸਾਡੇ ਮੁੰਡੇ ਨੇ ਤਾਂ ਪੱਗ ਬੰਨਣੀ ਨਹੀਂ, ਬਾਕੀ ਤੇਰੀ ਹਿੰਮਤ ਆ, ਜੇ ਬਣਾ ਸਕਦੀ ਆ ਬਣਾ ਲਈ, ਉਸਦੀ ਵੱਡੀ ਭੈਣ ਨੇ ਦੱਸਿਆ। ਹਾਂਜੀ ਦੀ, ਉਹ ਤਾਂ ਮੈਂ ਗੱਲ ਕਰ ਲਵਾਂਗੀ, ਮੈਂ ਕਿਹਾ। ਅਜੇ ਮੇਰਾ ਇੰਟਰਵਿਊ ਚੱਲ ਹੀ ਰਿਹਾ ਸੀ ਕਿ ਉਹ ਆ ਗਿਆ ਤੇ ਆਉਂਦਾ ਹੀ ਸਭ ਨੂੰ ਬੜੇ ਪਿਆਰ ਨਾਲ ਮਿਲਿਆ।
ਮੈਂ ਵੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ, ਜੋ ਕਿ ਮੈਨੂੰ ਸ਼ੁਰੂ ਤੋਂ ਹੀ ਆਦਤ ਆ। ਮੈਂ ਅਜੇ ਚੱਜ ਨਾਲ ਉਸ ਵੱਲ ਵੇਖਿਆ ਵੀ ਨਹੀਂ ਸੀ ਕਿ ਉਸਦੀ ਭੈਣ ਨੇ ਮੈਨੂੰ ਕਿਹਾ, ਕਿਵੇਂ ਲੱਗਿਆ ਰਮਨ ਤੈਨੂੰ ਜਿਸ ਕਾਰਨ? ਮੈਂ ਉਸੇ ਇਸ ਸਵਾਲ ਦਾ ਕੀ ਜਵਾਬ ਦਿੰਦੀ ਇੰਨੀ ਛੇਤੀ, ਇਸ ਲਈ ਮੈਂ ਇਹੀ ਕਹਿ ਦਿੱਤਾ, ਦੇਖੋ ਦੀ, ਮੈਂ ਸ਼ਕਲਾਂ ਤੇ ਨਹੀਂ ਜਾਂਦੀ, ਪਹਿਲਾਂ ਮੈਂ ਗੱਲ ਕਰਨੀ ਆ, ਫੇਰ ਹੀ ਮੈਂ ਕੋਈ ਜਵਾਬ ਦੇ ਸਕਦੀ ਹਾਂ ਤੁਹਾਡੀ ਇਸ ਗੱਲ ਦਾ। ਕਹਿ ਕੇ ਮੈਂ ਆਪਣੀ ਗੋਦੀ ਵਿੱਚ ਬੈਠੀ ਭਤੀਜੀ ਗੁਰਲੀਨ ਨਾਲ ਖੇਡਣ ਲੱਗ ਪਈ। ਉਹ ਤਿੰਨੋਂ ਮੇਰੇ ਕੋਲੋਂ ਉੱਠ ਕੇ ਥੋੜੀ ਜਿਹੀ ਦੂਰ ਚਲੀਆਂ ਗਈਆਂ ਤੇ ਨਾਲ ਉਹਨਾਂ ਨੇ ਜਸਕਰਨ ਨੂੰ ਵੀ ਆਪਣੇ ਕੋਲ ਬੁਲਾ ਲਿਆ। ਫਿਰ ਉਹ ਸਾਰੇ ਕਿੰਨਾ ਹੀ ਚਿਰ ਮੇਰੇ ਵੱਲ ਦੇਖਦੇ ਗੱਲਾਂ ਕਰੀ ਜਾਣ। ਮੈਂ ਆਪਣੀ ਭਤੀਜੀ ਨਾਲ ਖੇਡ ਰਹੀ ਸੀ, ਮੈਂ ਉਹਨਾਂ ਦੀ ਕਿਸੇ ਵੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। 15-20 ਮਿੰਟ ਆਪਸ ਵਿੱਚ ਸਲਾਹ ਕਰਨ ਤੋਂ ਬਾਅਦ ਉਹ ਦੁਬਾਰਾ ਸਾਡੇ ਕੋਲ ਹੀ ਆ ਕੇ ਬੈਠ ਗਏ ਅਤੇ ਉਸਦੀ ਵੱਡੀ ਭੈਣ ਮੈਨੂੰ ਬੋਲੀ, ਆਜੋ ਬਈ ਗੱਲ ਕਰ ਲਓ, ਫਿਰ ਤੁਸੀਂ ਦੋਵੇਂ ਨਿਬੜਦੀ ਹੋਵੇ ਗੱਲ। ਫਿਰ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਇੱਕ ਬੈਂਚ ਵੱਲ ਤੁਰ ਪਈ। ਮੈਨੂੰ ਵੀ ਮੰਮੀ ਨੇ ਮੇਰੀ ਭਰਜਾਈ ਨਾਲ ਜਾਣ ਲਈ ਕਹਿ ਦਿੱਤਾ। ਮੈਂ ਉਹਨਾਂ ਕੋਲ ਪਹੁੰਚੀ ਤਾਂ ਉਸਦੀ ਭੈਣ ਮੇਰੀ ਭਰਜਾਈ ਨੂੰ ਨਾਲ ਲੈ ਕੇ ਪਾਰਕ ਵਿੱਚ ਘੁੰਮਣ ਲੰਘ ਗਈ ਤੇ ਜਾਂਦੀ ਹੋਈ ਸਾਨੂੰ ਦੋਵਾਂ ਨੂੰ ਕਹਿ ਗਈ, ਕਰੋ ਹੁਣ ਤੁਸੀਂ ਜੀ ਭਰ ਕੇ ਗੱਲਾਂ, ਜਦੋਂ ਖਤਮ ਹੋ ਗਈਆਂ ਆ ਜਾਇਓ। ਉਹ ਮੇਰੇ ਜਾਣ ਤੋਂ ਪਹਿਲਾਂ ਹੀ ਬੈਂਚ ਤੇ ਬੈਠ ਗਿਆ ਸੀ। ਜਦੋਂ ਮੈਂ ਕੋਲ ਗਈ ਤਾਂ ਉਹ ਬੋਲਿਆ, ਬਹਿ ਜਾਓ, ਪਰ ਮੈਂ ਬੈਠਦੀ ਕਿੱਥੇ? ਸਵੇਰ ਦੇ ਪਈ ਮੀਂਹ ਕਰਕੇ ਬੈਂਚ ਗਿੱਲਾ ਸੀ, ਉੱਪਰੋਂ ਸੀਮੈਂਟ ਦਾ ਸੀ। ਮੈਂ ਬੈਠਦੀ ਤਾਂ ਮੇਰੇ ਕੱਪੜੇ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਜਾਂਦੇ। ਮੈਂ ਉਸਦੇ ਮੂੰਹ ਵੱਲ ਦੇਖਾਂ ਵੀ, ਇਹ ਆਪਣਾ ਬੜੇ ਆਰਾਮ ਨਾਲ ਬੈਂਚ ਦੇ ਵਿਚਕਾਰ ਨੂੰ ਹੋ ਕੇ ਬੈਠਾ ਏ। ਜਦੋਂ ਕੁਝ ਸਕਿੰਟ ਉਸਨੇ ਮੇਰੇ ਨਾ ਬੈਠਣ ਦੀ ਗੱਲ ਨੂੰ ਗੋਲਿਆ ਹੀ ਨਾ ਤਾਂ ਮੈਂ ਖੁਦ ਹੀ ਕਹਿ ਦਿੱਤਾ, ਮੈਂ ਕਿੱਥੇ ਬੈਠਾ ਇੱਥੇ? ਬੈਂਚ ਤਾਂ ਬਹੁਤ ਗਿੱਲਾ ਪਿਆ ਏ। ਉਸਨੇ ਦੇਖਿਆ ਤੇ ਕਿਹਾ, ਹਾਂ ਹੈ ਤਾਂ ਗਿੱਲਾ ਹੀ, ਪਰ ਹੁਣ ਬਹਿ ਜਾਓ, ਸੁੱਕਾ ਬੈਂਚ ਕਿੱਥੇ ਹੋਊਗਾ ਇੱਥੇ ਹੁਣ। ਫਿਰ ਮੈਂ ਬਿਲਕੁਲ ਜਰਾ ਜਿਹੀ ਜਗ੍ਹਾ ਵਿੱਚ ਇੱਕ ਖੁੰਝੇ ਵਿੱਚ ਬੈਠ ਗਈ। ਉੱਥੋਂ ਉਹ ਬੈਂਚ ਸੁੱਕਾ ਸੀ। ਫਿਰ ਉਹ ਮੇਰੇ ਵੱਲ ਬਿਨਾਂ ਦੇਖੇ ਬੋਲਿਆ, ਪੁੱਛੋ ਜੀ ਕੀ ਪੁੱਛਣਾ ਏ ਤੁਸੀਂ? ਪਹਿਲਾਂ ਤੁਸੀਂ ਪੁੱਛ ਲਓ ਜੋ ਪੁੱਛਣਾ ਏ, ਮੈਂ ਬਾਅਦ ਵਿੱਚ ਪੁੱਛ ਲੂੰ। ਮੈਂ ਜਵਾਬ ਦਿੱਤਾ, ਨਹੀਂ ਨਹੀਂ, ਲੇਡੀਜ਼ ਫਰਸਟ ਜੀ, ਤੁਸੀਂ ਪੁੱਛੋ ਪਹਿਲਾਂ, ਉਸਨੇ ਦੁਬਾਰਾ ਕਿਹਾ। ਫਿਰ ਮੈਂ ਗੱਲ ਸ਼ੁਰੂ ਕਰਨ ਵਿੱਚ ਹੋਰ ਦੇਰ ਨਾ ਕਰਦਿਆਂ ਬੋਲੀ, ਪਹਿਲਾਂ ਤਲਾਕ ਕਿਉਂ ਹੋਇਆ ਤੁਹਾਡਾ? ਤੁਹਾਡਾ ਤਲਾਕ ਕਿਉਂ ਹੋਇਆ? ਮੈਂ ਪੁੱਛਿਆ। ਓ ਯਾਰ, ਬਸ ਮੇਰੀ ਕੋਈ ਗੱਲ ਨਹੀਂ ਸੀ ਮੰਨਦੀ। ਗੁਆਂਢੀਆਂ ਦੇ ਇੱਕ ਬੰਦਾ ਛੜਾ ਏ, ਉਹਨੂੰ ਉਹਦੀਆਂ ਭਰਜਾਈਆਂ ਰੋਟੀ ਨਹੀਂ ਦਿੰਦੀਆਂ, ਇਹ ਉਹਨੂੰ ਰੋਟੀਆਂ ਬਣਾ ਕੇ ਦੇ ਕੇ ਆਉਂਦੀ ਸੀ। ਮੈਂ ਰੋਕਿਆ ਵੀ ਲੋਕ ਕਹਿਣਗੇ ਵੀ ਜ਼ਮੀਨ ਲੈਣ ਦੇ ਮਾਰੇ ਰੋਟੀ ਦਿੰਦੇ ਨੇ। ਫਿਰ ਮੇਰੇ ਸਾਹਮਣੇ ਜਾਣੋਂ ਹਟ ਗਏ। ਜਦੋਂ ਮੈਂ ਘਰ ਨਾ ਹੋਣਾ ਫੇਰ ਚਲੇ ਜਾਂਦੀ। ਇੱਕ ਉਹਦੀ ਦੋਸਤ ਦੀ ਗਲਤ ਜਨਾਨੀ ਨਾਲ ਸੀ। ਇੱਥੇ ਮੁਹੱਲੇ 'ਚ ਵੀ ਉਹਦੇ ਪਿੰਡ ਦੀ ਇੱਕ ਜਨਾਨੀ ਆ, ਉਹ ਕਰੈਕਟਰਲੈਸ ਜਿਹੀ ਆ। ਇਹ ਉਹਦੇ ਕੋਲ ਪਹੁੰਚ ਜਾਂਦੀ ਸੀ। ਸਾਰਾ ਦਿਨ ਨਹੀਂ ਸੀ ਆਉਂਦੀ। ਜੇ ਕਿਤੇ ਜਾਂਦੀ ਸੀ ਜਵਾਕਾਂ ਨੂੰ ਉਹਦੇ ਕੋਲ ਛੱਡ ਕੇ ਚਲੇ ਜਾਂਦੀ ਸੀ। ਮੈਨੂੰ ਮੇਰੀ ਭਰਜਾਈ ਦੱਸ ਦਿੰਦੀ ਸੀ। ਮੈਂ ਬਹੁਤ ਰੋਕਦਾ ਰਿਹਾ, ਕਹਿੰਦੀ ਮੇਰੇ ਪਿੰਡ ਦੀ ਆ, ਮੇਰੀ ਸਹੇਲੀ ਆ, ਮੈਂ ਤਾਂ ਜਾਊਂਗੀ, ਤੂੰ ਜੋ ਮਰਜ਼ੀ ਕਰ ਲੈ। ਉਸਨੇ ਦੱਸਿਆ। ਫਿਰ ਤੁਸੀਂ ਤਲਾਕ ਲੈ ਲਿਆ? ਮੈਂ ਪੁੱਛਿਆ। ਹੋਰ ਫਿਰ ਮੈਂ ਕੀ ਕਰਦਾ? ਉਸਨੇ ਕਿਹਾ। ਅੱਛਾ ਚਲੋ ਛੱਡੋ, ਇਹ ਦੱਸੋ ਤੁਸੀਂ ਕੰਮ ਕੀ ਕਰਦੇ ਹੋ? ਮੈਂ ਅਗਲਾ ਸਵਾਲ ਪੁੱਛ ਲਿਆ। ਮੈਂ ਫੋਰਮੈਨ ਆ ਮੈਡਮ, ਇੱਕ ਫਰਮ 'ਚ, ਉੱਥੇ ਗੇਟ ਗ੍ਰਿਲਾਂ ਬਣਾਉਣ ਵਾਲੀਆਂ ਮਸ਼ੀਨਾਂ ਬਣਦੀਆਂ ਨੇ, ਉਸਨੇ ਦੱਸਿਆ। ਠੀਕ ਆ ਜੀ। ਅੱਛਾ ਸੱਚ, ਬੱਚੇ ਫਿਰ ਤੁਸੀਂ ਕਿਉਂ ਨਹੀਂ ਰੱਖੇ? ਮੈਂ ਪੁੱਛਿਆ। ਬੱਚੇ ਪਹਿਲਾਂ ਤਾਂ ਮੈਂ ਮੰਗਦਾ ਸੀ, ਮੈਂ ਕੇਸ ਵੀ ਕੀਤਾ ਹੋਇਆ ਸੀ, ਪਰ ਜਦ ਤੱਕ ਕੇਸ ਦਾ ਫੈਸਲਾ ਹੋਇਆ ਬੱਚੇ ਵੱਡੇ ਹੋ ਗਏ। ਫਿਰ ਉਹਨਾਂ ਨੇ ਆਪਣੀ ਮਾਂ ਕੋਲ ਰਹਿਣ ਦੀ ਗੱਲ ਕਰਤੀ ਕੋਰਟ 'ਚ। ਪਰ ਤੁਸੀਂ ਬੇਫਿਕਰ ਰਹੋ, ਉਹਨਾਂ ਦਾ ਜੋ ਵੀ ਬਣਦਾ ਸੀ ਉਹਨਾਂ ਨੂੰ ਮੈਂ ਦੇਤਾ, ਉਸਨੇ ਦੱਸਿਆ। ਠੀਕ ਆ ਜੀ। ਇੱਕ ਗੱਲ ਦੱਸਾਂ, ਵੈਸੇ ਮੈਨੂੰ ਮੁੰਡੇ ਸਰਦਾਰ ਪਸੰਦ ਨਹੀਂ। ਹੁਣ ਤੁਸੀਂ ਦੱਸੋ ਕਿ ਪੱਗ ਬੰਨ ਲਿਆ ਕਰੋਗੇ? ਮੈਂ ਪੁੱਛਿਆ। ਮੈਂ ਪਹਿਲਾਂ ਤਾਂ ਬੰਨ-ਬੁੰਨ ਲੈਂਦਾ ਸੀ 2 ਸਾਲ ਪਹਿਲਾਂ। ਫਿਰ ਮੈਂ ਇੱਕ ਵਾਰ ਰਾਜਸਥਾਨ ਰਹਿ ਆਇਆ, ਉੱਥੇ ਮੈਨੂੰ ਐਲਰਜੀ ਹੋ ਗਈ ਸੀ। ਫਿਰ ਨਾ ਤਾਂ ਮੇਰੇ ਤੋਂ ਕਦੇ ਦਾੜੀ ਮੁੱਛ ਰੱਖ ਹੋਈ, ਨਾ ਕਦੇ ਪੱਗ ਬੰਨੀ ਆ, ਉਸਨੇ ਜਵਾਬ ਦਿੱਤਾ। ਪਰ ਮੈਨੂੰ ਤਾਂ ਸਰਦਾਰ ਪਸੰਦ ਨੇ। ਥੋੜਾ ਜਿਹਾ ਸੋਚ ਕੇ ਮੈਂ ਫਿਰ ਪੁੱਛਿਆ। ਅੱਛਾ ਚਲੋ, ਕਿਸੇ ਫੰਕਸ਼ਨ ਤੇ ਤਾਂ ਬੰਨ ਹੀ ਸਕਦੇ ਹੋ? ਨਾ ਜੀ, ਬੰਨ ਹੀ ਨਹੀਂ ਹੁੰਦੀ ਹੁਣ ਤਾਂ ਮੇਰੇ ਤੋਂ। ਨਾਲੇ ਮੈਂ ਟੀ-ਸ਼ਰਟ ਤੋਂ ਬਿਨਾਂ ਦੂਜੀ ਕੋਈ ਸ਼ਰਟ ਨਹੀਂ ਪਾ ਸਕਦਾ, ਉਸਨੇ ਇੱਕ ਹੋਰ ਟੈਨਸ਼ਨ ਦਿੰਦੇ ਹੋਏ ਕਿਹਾ। ਪਰ ਸਾਡੇ ਤਾਂ ਸਾਰੇ ਸਰਦਾਰ ਨੇ, ਨਾਲੇ ਵਿਆਹ ਵਗੈਰਾ 'ਚ ਤਾਂ ਕੋਟ ਪੈਂਟ ਵਗੈਰਾ ਨਾਲ ਪੱਗ ਹੀ ਸੋਹਣੀ ਲੱਗਦੀ ਆ। ਮੈਂ ਕਿਹਾ। ਚਲੋ ਟਰਾਈ ਕਰ ਲੂੰ ਜੇ ਬੰਨ ਹੋਗੀ, ਬਿਲਕੁਲ ਮਨਾ ਨਹੀਂ ਕਰਦਾ ਮੈਂ ਤੁਹਾਨੂੰ, ਉਸਨੇ ਕਿਹਾ। ਬਾਕੀ ਰਹੀ ਗੱਲ ਐਲਰਜੀ ਦੀ, ਉਹਦੀ ਆਪਾਂ ਦਵਾਈ ਲੈ ਆਵਾਂਗੇ। ਇੱਕ ਸਕਿਨ ਸਪੈਸ਼ਲਿਸਟ ਹੈਗੀ ਆ,
ਮੈਨੂੰ ਚੰਗੀ ਤਰ੍ਹਾਂ ਜਾਣਦੀ ਆ। ਠੀਕ ਹੋ ਚੁੱਕੀ ਤੁਹਾਡੀ ਵੀ ਐਲਰਜੀ ਫੇਸ ਤੋਂ ਸਾਰੀ। ਅੱਛਾ, ਹੁਣ ਇਹ ਦੱਸੋ ਕਿ ਮੇਰਾ ਬੇਟਾ ਮੈਂ ਨਾਲ ਰੱਖਣਾ ਹੈ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਮੈਂ ਪੁੱਛਿਆ। ਨਾ ਨਾ, ਮੈਨੂੰ ਤਾਂ ਕੀ ਇਤਰਾਜ਼ ਹੋਣਾ ਹੈ। ਆਪਾਂ ਨੂੰ ਤਾਂ ਬਸ ਰੋਟੀ ਪਾਣੀ ਟਾਈਮ ਤੇ ਚਾਹੀਦਾ ਹੈ, ਹੋਰ ਕੋਈ ਪ੍ਰੋਬਲਮ ਨਹੀਂ। ਬਾਕੀ ਮੈਨੂੰ ਹੁਣ ਕੌਫੀਟੈਂਟ ਪੂਰਾ ਏ ਵੀ ਮੈਂ ਕੁੜੀ ਨੂੰ ਆਪਣੇ ਵਰਗੀ ਬਣਾ ਲੂੰਗਾ। ਉਸਨੇ ਟੁੱਟੇ ਭੱਜੇ ਇੰਗਲਿਸ਼ ਦੇ ਸ਼ਬਦਾਂ ਨਾਲ ਆਪਣਾ ਜਵਾਬ ਦਿੱਤਾ। ਜੀ ਜੀ, ਚਲੋ ਹੁਣ ਤੁਸੀਂ ਦੱਸੋ ਕੀ ਪੁੱਛਣਾ ਹੈ ਪੁੱਛੋ। ਮੈਂ ਕਿਹਾ, ਤੁਹਾਡਾ ਉਧਰ ਕੀ ਚੱਕਰ ਪੈ ਗਿਆ ਸੀ? ਉਸਨੇ ਪਹਿਲਾ ਪ੍ਰਸ਼ਨ ਪੁੱਛਿਆ। ਉਹ ਬਸ ਨਸ਼ੇ ਕਰਦੇ ਸੀ ਤੇ ਕੰਮ ਨਹੀਂ ਸੀ ਕਰਦੇ ਕੋਈ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹ ਕੰਮ ਕਰਨ ਲੱਗ ਜਾਣ। ਮੈਂ 4 ਸਾਲ ਲਗਾਤਾਰ ਆਪ ਕਮਾ ਕੇ ਲਿਆਉਣਾ, ਫਿਰ ਘਰ ਚੱਲਦਾ ਰਿਹਾ। ਮੈਨੂੰ ਸੀ ਕਿ ਚਲੋ ਕਰੇ ਤਾਂ ਸੁਧਰਨਗੇ ਹੀ, ਪਰ ਉਹ ਨਹੀਂ ਸੁਧਰਨਾ ਚਾਹੁੰਦੇ ਸੀ। ਫਿਰ ਮੈਂ ਛੱਡਣਾ ਹੀ ਸਹੀ ਸਮਝਿਆ। ਮੈਂ ਦੱਸਿਆ, ਅੱਛਾ ਮੁੰਡਾ ਤੁਸੀਂ ਨਹੀਂ ਦਿੱਤਾ ਕਿ ਉਹਨਾਂ ਨੇ ਮੰਗਿਆ ਹੀ ਨਹੀਂ? ਉਸਨੇ ਅੱਗੇ ਪੁੱਛਿਆ। ਨਾ, ਉਹਨਾਂ ਨੇ ਮੰਗਿਆ ਏ ਨਾ, ਮੈਂ ਦੇਣਾ ਸੀ ਜੇ ਮੰਗ ਵੀ ਲੈਂਦੀ। ਮੈਂ ਦੱਸਿਆ। ਚਲੋ ਪੜ੍ਹਾਈ ਦੱਸੋ ਕਿੰਨੀ ਕੁ ਕੀਤੀ ਆ ਤੁਸੀਂ? ਉਸਨੇ ਪੁੱਛਿਆ। ਮੈਂ ਕੰਪਿਊਟਰ ਅਕਾਊਂਟਸ, ਡਰੈਸ ਡਿਜ਼ਾਈਨਰ, ਬਿਊਟੀ ਵਿੱਚ ਸਕਿਨ ਸਪੈਸ਼ਲਿਸਟ, ਏਟੀਟੀ ਦੇ ਡਿਪਲੋਮੇ ਕੀਤੇ ਹੋਏ ਨੇ, ਮੈਂ ਜਵਾਬ ਦਿੱਤਾ। ਤੁਸੀਂ ਮੈਨੂੰ ਦੱਸੋ ਵੀ ਏਟੀਟੀ ਕਿਹੜੀ ਜਮਾਤ ਹੁੰਦੀ ਆ? ਉਸਨੇ ਪੁੱਛਿਆ। ਏਟੀਟੀ ਮਤਲਬ ਮੈਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਜੋਗੀ ਮਾਸਟਰਨੀ ਦੀ ਡਿਗਰੀ ਕੀਤੀ ਹੋਈ ਆ। ਮਤਲਬ ਮੈਂ ਜੇ ਟੈਟ ਦਾ ਪੇਪਰ ਕਲੀਅਰ ਕਰ ਲਵਾਂ ਤਾਂ ਮੈਂ ਟੀਚਰ ਲੱਗ ਸਕਦੀ ਆ। ਜੇ ਮੈਂ ਪ੍ਰਾਈਵੇਟ ਵੀ ਪੜ੍ਹਾਉਣਾ ਹੋਵੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ? ਮੈਂ ਉਸੇ ਗੱਲ ਦਾ ਜਵਾਬ ਦੇਣ ਦੇ ਨਾਲ ਇੱਕ ਸਵਾਲ ਵੀ ਪੁੱਛ ਲਿਆ। ਨਾ, ਸਕੂਲ ਹੈਗੇ ਨੇ ਆਪਣੇ ਘਰ ਕੋਲ, ਬਹੁਤੀ ਨਹੀਂ ਦੂਰ ਹੈਗੇ। ਗਗਨ ਨੂੰ ਵੀ ਉੱਥੇ ਲਾ ਦੇਵਾਂਗੇ ਪੜ੍ਹਨਾ, ਨਾਲੇ ਤੁਸੀਂ ਪੜਾਉਣ ਲੱਗ ਜਾਇਓ। ਪਰ ਮੈਨੂੰ ਦੁਪਹਿਰ ਦੇ 1 ਵਜੇ ਹਰ ਹਾਲ 'ਚ ਰੋਟੀ ਚਾਹੀਦੀ ਆ। ਉਹ ਤੁਸੀਂ ਦੇਖਣਾ ਹੈ ਆਪ ਵੀ ਕਿਵੇਂ ਬਣੂਗੀ ਰੋਟੀ ਟਾਈਮ ਤੇ। ਉਸਨੇ ਜਵਾਬ ਦਿੱਤਾ। ਮੈਂ ਉਸੇ ਇਸ ਗੱਲ ਬਾਰੇ ਅਜੇ ਸੋਚ ਹੀ ਰਹੀ ਸੀ ਕਿ ਉਹ ਫਿਰ ਬੋਲਿਆ। ਅੱਛਾ, ਹੁਣ ਸਾਰੇ ਸਾਡੇ ਮੂੰਹ ਵੱਲ ਦੇਖਦੇ ਨੇ, ਕਹਿੰਦੇ ਹੋਣਗੇ ਇਹ ਤਾਂ ਅੱਜ ਹੀ ਪੀਂਘਾਂ ਪਾ ਕੇ ਬਹਿ ਗਏ। ਤੁਸੀਂ ਹੁਣ ਇਹ ਦੱਸੋ, ਮੈਂ ਪਸੰਦ ਆ ਤੁਹਾਨੂੰ? ਉਸਨੇ ਪੁੱਛਿਆ। ਤੁਸੀਂ ਦੱਸੋ, ਮੈਨੂੰ ਤਾਂ ਠੀਕ ਆ ਬਸ। ਹੁਣ ਕਿਹੜਾ ਪਹਿਲੀ ਵਾਰ ਕਰਵਾਉਣ ਲੱਗੇ ਆਪਾਂ ਵੀ ਹਰ ਚੀਜ਼ ਪਰਫੈਕਟ ਪਾ ਲਈਏ। ਮੈਂ ਜਵਾਬ ਦਿੱਤਾ। ਵੈਸੇ ਮੈਂ ਐਸੀ ਕਾਸਟ ਨੂੰ ਬਿਲੋਂਗ ਕਰਦੀ ਆ, ਪਰ ਤੁਹਾਨੂੰ ਮੈਂ ਪਹਿਲਾਂ ਹੀ ਸਾਫ਼-ਸਾਫ਼ ਗੱਲ ਦੱਸ ਦਿੰਦੀ ਆ ਕਿ ਆਪਾਂ ਸੇਮ ਕਾਸਟ ਦੇ ਨਹੀਂ ਹੈਗੇ। ਤੁਸੀਂ ਜਾਂ ਤੁਹਾਡਾ ਕੋਈ ਹੋਰ ਪਰਿਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਮੈਨੂੰ ਕਦੇ ਮੇਰੀ ਕਾਸਟ ਬਾਰੇ ਕੁਝ ਨਾ ਕਹੇ। ਜੇ ਇਸ ਤਰ੍ਹਾਂ ਦਾ ਕੁਝ ਵੀ ਤੁਹਾਨੂੰ ਲੱਗਦਾ ਹੋ ਕਿ ਹੋਊਗਾ ਤਾਂ ਹੁਣ ਸੋਚ ਲਓ। ਮੈਂ ਕਿਹਾ, ਨਹੀਂ ਨਹੀਂ, ਉਹ ਤੁਸੀਂ ਗੱਲ ਮੇਰੇ ਤੇ ਛੱਡ ਦਿਓ। ਚਲੋ ਫਿਰ ਕਰ ਦਈਏ ਹੈ ਨਾ ਓਕੇ ਕੰਮ। ਵੈਸੇ ਮੈਨੂੰ ਤਾਂ ਤੁਸੀਂ ਪਹਿਲੀ ਨਜ਼ਰ ਹੀ ਪਸੰਦ ਆ ਗਏ ਸੀ, ਪਰ ਤੁਸੀਂ ਰੱਟ ਲਈ ਬੈਠੇ ਸੀ ਗੱਲ ਕਰਕੇ ਦੇਖਣੀ ਆ ਪਹਿਲਾਂ। ਤਾਂ ਨਹੀਂ ਮੈਂ ਪਹਿਲਾਂ ਦੱਸਿਆ ਕਿਸੇ ਨੂੰ ਵੀ। ਉਸਨੇ ਮੁਸਕਰਾ ਕੇ ਜਵਾਬ ਦਿੱਤਾ ਅਤੇ ਦੋਵੇਂ ਉੱਠ ਕੇ ਆਪਣੇ ਪਰਿਵਾਰਾਂ ਵਿੱਚ ਜਾ ਕੇ ਬੈਠ ਗਏ। ਆਪਣੇ ਪਰਿਵਾਰਿਕ ਮੈਂਬਰਾਂ ਵਿੱਚ ਜਾ ਕੇ ਬੈਠਣ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੂੰ ਹਾਂ ਨਾ ਪੁੱਛੀ ਤਾਂ ਦੋਵਾਂ ਨੇ ਹਾਂ ਕਰ ਦਿੱਤੀ। ਫਿਰ ਮੁੰਡੇ ਦੀਆਂ ਭੈਣਾਂ ਉਸ ਨੂੰ ਥੋੜਾ ਦੂਰ ਲੈ ਕੇ ਜਾ ਕੇ ਕੋਈ ਸਲਾਹ ਕਰਨ ਲੱਗ ਪਈਆਂ ਤੇ ਕਾਫੀ ਦੇਰ ਤੱਕ ਵਾਪਸ ਆਈਆਂ। ਫਿਰ ਮੁੰਡੇ ਨੂੰ ਵੀ ਬੁਲਾਇਆ ਗਿਆ ਤੇ ਸਾਨੂੰ ਥੋੜਾ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਗਿਆ। ਉਧਰ ਮੇਰੀ ਮੰਮੀ ਨੂੰ ਸੀ ਕਿ ਉਹ ਕੁਝ ਸਲਾਹ ਕਰਕੇ ਆਏ ਨੇ ਤਾਂ ਦੱਸਣਗੇ ਹੀ ਕੁਝ ਨਾ ਕੁਝ, ਪਰ ਉਹ ਕੁਝ ਵੀ ਨਹੀਂ ਸੀ ਦੱਸ ਰਹੇ। ਉਹਦਾ ਮੁੰਡੇ ਦੇ ਭਰਾ ਤੇ ਜੀਜਿਆਂ ਨੂੰ ਮਠਿਆਈ ਲੈਣ ਲਈ ਭੇਜ ਦਿੱਤਾ ਸੀ। ਜਦੋਂ ਕਾਫੀ ਦੇਰ ਤੱਕ ਉਹ ਨਾ ਦਿਖੇ ਤਾਂ ਮੇਰੀ ਮੰਮੀ ਨੇ ਬਚੋਲਾ ਨੂੰ ਪੁੱਛਿਆ, ਇਹ ਕੀ ਚਾਹੁੰਦੇ ਨੇ? ਕੋਈ ਕੁਝ ਦੱਸਦਾ ਵੀ ਨਹੀਂ। ਉਹ ਗਏ ਨੇ ਮਠਿਆਈ ਲੈਣ, ਸ਼ਗਨ ਕਰਨਾ ਹੀ ਕਹਿੰਦੇ, ਬਚੋਲਨ ਨੇ ਦੱਸਿਆ। ਤਾਂ ਮੇਰੀ ਮੰਮੀ ਨੇ ਫਟਾਫਟ ਮੇਰੇ ਭਰਾ ਨੂੰ ਬੁਲਾਇਆ ਤੇ 1000 ਰੁਪਏ ਦੇ ਕੇ ਮਠਿਆਈ ਲੈਣ ਭੇਜ ਦਿੱਤਾ। ਥੋੜੀ ਦੇਰ ਬਾਅਦ ਮਠਿਆਈ ਲੈਣ ਗਏ, ਉਹਨਾਂ ਦੇ ਬੰਦੇ ਆ ਪਹੁੰਚੇ ਤੇ ਪਿੱਛੇ ਹੀ ਮੇਰਾ ਭਰਾ ਵੀ ਆ ਗਿਆ। ਸਾਨੂੰ ਦੋਵਾਂ ਨੂੰ ਸਵਾਇਆ ਸਮਾਂ ਹੋਣ ਤੱਕ ਬਿਨਾਂ ਉਡੀਕ ਕਰਨ ਲਈ ਕਿਹਾ ਦਿੱਤਾ। ਫਿਰ ਜਦੋਂ 20 ਮਿੰਟ ਬਾਅਦ 1:15 ਹੋਇਆ ਤਾਂ ਸਾਨੂੰ ਦੋਵਾਂ ਨੂੰ ਬਿਠਾ ਕੇ ਸ਼ਗਨ ਕੀਤਾ ਗਿਆ। ਮੇਰੀ ਮੰਮੀ ਅਤੇ ਉਸ ਦੀ ਭੈਣ ਦੋਵਾਂ ਨੇ ਸ਼ਗਨ ਕਰ ਦਿੱਤਾ ਤੇ ਸਾਰਿਆਂ ਨੇ ਸਾਡਾ ਮੂੰਹ ਮਿੱਠਾ ਕਰਵਾ ਦਿੱਤਾ। ਸਾਰਿਆਂ ਨੇ ਜਦੋਂ ਸ਼ਗਨ ਕੀਤਾ ਤਾਂ ਮੈਨੂੰ ਸਾਰੀਆਂ ਔਰਤਾਂ ਤੇ ਉਸ ਨੂੰ ਸਾਰੇ ਆਦਮੀਆਂ ਨੇ ਮੂੰਹ ਮਿੱਠਾ ਕਰਵਾਇਆ, ਸਿਵਾਏ ਇੱਕ ਔਰਤ ਦੇ। ਉਹ ਔਰਤ ਕੋਈ ਹੋਰ ਨਹੀਂ ਸੀ, ਉਹ ਉਸ ਦੀ ਆਪਣੀ ਭਰਜਾਈ ਸੀ। ਮੈਨੂੰ ਅਜੀਬ ਜਿਹਾ ਲੱਗਿਆ ਕਿ ਉਹ ਉਸ ਤੋਂ ਤਾਂ ਛੋਟੀ ਆ, ਫਿਰ ਮੂੰਹ ਮਿੱਠਾ ਕਿਵੇਂ ਕਰਵਾ ਸਕਦੀ ਆ। ਪਰ ਫਿਰ ਮੈਂ ਸੋਚਿਆ, ਨਹੀਂ ਰਮਨ, ਇਹ ਸ਼ਾਇਦ ਕਲੋਜ਼ ਹੋਣਗੇ ਸਾਰੀ ਫੈਮਿਲੀ। ਇਸ ਕਰਕੇ ਮੈਂ ਆਪਣੇ ਦਿਮਾਗ ਵਿੱਚ ਇਸ ਗੱਲ ਨੂੰ ਘਰ ਨਾ ਕਰਨ ਦਿੱਤਾ। ਸ਼ਗਨ ਤੋਂ ਬਾਅਦ ਸਾਰਿਆਂ ਨੇ ਸਾਡੇ ਨਾਲ ਫੋਟੋਆਂ ਖਿਚਵਾਈਆਂ ਤੇ ਸਾਨੂੰ ਡੱਬੇ ਬਦਲਣ ਲਈ ਕਿਹਾ ਗਿਆ। ਤਾਂ ਮੈਂ ਆਪਣਾ ਡੱਬਾ ਉਸ ਨੂੰ ਦੇ ਕੇ
ਤੇ ਉਸ ਤੋਂ ਉਸ ਦਾ ਡੱਬਾ ਫੜ ਲਿਆ ਤੇ ਫਿਰ ਸਾਨੂੰ ਖੜੇ ਹੋ ਕੇ ਦੁਬਾਰਾ ਬੈਠਣ ਲਈ ਕਿਹਾ ਗਿਆ। ਫਿਰ ਮੇਰਾ ਭਰਾ ਜਾ ਕੇ ਕੁਝ ਕੋਲਡ ਡਰਿੰਕਸ ਤੇ ਸਮੋਸੇ ਪਕੌੜੇ ਆਦਿ ਲੈ ਆਇਆ। ਸਾਰਿਆਂ ਨੇ ਲੋਕਡਾਊਨ ਕਰਕੇ ਹੋਟਲ ਜਾਣ ਤੋਂ ਮਨਾ ਕਰ ਦਿੱਤਾ ਸੀ ਤਾਂ ਮੇਰੇ ਭਰਾ ਨੇ ਇਹੀ ਚਿਕ ਸਮਝਿਆ ਸੀ। ਸਾਰਿਆਂ ਨੇ ਸਮੋਸੇ ਪਕੌੜੇ ਖਾਦੇ ਅਤੇ ਕੋਲਡ ਡਰਿੰਕਸ ਪੀ ਲਏ। ਫਿਰ ਅਸੀਂ ਵਾਪਸ ਆਉਣ ਲੱਗੇ ਤਾਂ ਮੈਂ ਉਸੇ ਸਾਰੇ ਪਰਿਵਾਰ ਨੂੰ ਮੱਥਾ ਟੇਕਿਆ ਤੇ ਉਸ ਨੂੰ ਵੀ ਹੱਥ ਬੰਨ੍ਹ ਕੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਅਸੀਂ ਵਾਪਸ ਆ ਗਏ। ਘਰ ਆ ਕੇ ਮੈਂ ਆਪਣੇ ਪਾਪਾ ਨੂੰ ਮਿਲੀ ਅਤੇ ਵਧਾਈਆਂ ਦਿੱਤੀਆਂ ਅਤੇ ਆਪਣੇ ਭਰਾ ਦੇ ਫੋਨ ਵਿੱਚੋਂ ਸ਼ਗਨ ਦੀ ਫੋਟੋ ਕੱਢ ਕੇ ਦਿਖਾ ਦਿੱਤੀ। ਫਿਰ ਮੈਂ ਕੱਪੜੇ ਬਦਲ ਕੇ ਆਪਣੇ ਫੋਨ ਨੂੰ ਚਾਰਜਰ ਤੋਂ ਲਾਇਆ ਤੇ ਉਸ ਨੂੰ ਔਨ ਕਰਨ ਲੱਗ ਪਈ ਕਿਉਂਕਿ ਰਾਤੀ ਮੀਂਹ ਪੈਣ ਕਰਕੇ ਰਾਤ ਤੋਂ ਹੀ ਬਿਜਲੀ ਦਾ ਕੱਟ ਸੀ। ਇਨਵਰਟਰ ਵੀ ਜਵਾਬ ਦੇ ਗਿਆ ਸੀ, ਇਸ ਲਈ ਫੋਨ ਦੀ ਬੈਟਰੀ ਵੀ ਨਹੀਂ ਸੀ। ਇਸ ਕਰਕੇ ਮੈਂ ਆਪਣਾ ਫੋਨ ਜਾਣ ਲੱਗੀ ਚਾਰਜਰ ਤੇ ਲਾ ਗਈ ਸੀ। ਮੈਂ ਸੋਚਿਆ ਕਿ ਬਾਅਦ ਵਿੱਚ ਬਿਜਲੀ ਆ ਗਈ ਤਾਂ ਮੇਰੇ ਵਾਪਸ ਆਉਣ ਤੱਕ ਫੋਨ ਚਾਰਜ ਹੋ ਜਾਵੇਗਾ। ਬਿਲਕੁਲ ਮੇਰੀ ਸੋਚ ਦੇ ਵਾਂਗ ਹੀ ਹੋਇਆ ਸੀ। ਚਲੋ ਪੂਰਾ ਨਾ ਸਹੀ, ਫੋਨ ਅੱਧਾ ਕੁ ਚਾਰਜ ਹੋ ਗਿਆ ਸੀ। ਜਿਵੇਂ ਹੀ ਮੈਂ ਫੋਨ ਔਨ ਕੀਤਾ ਤਾਂ ਨਾਲ ਹੀ ਮੇਰੇ ਫੋਨ ਤੇ WhatsApp ਤੇ ਕਈ ਜਣੇ ਦੇ ਮੈਸੇਜ ਤੇ ਇੱਕ ਨਵੇਂ ਨੰਬਰ ਤੋਂ ਮਿਸਡ ਵੌਇਸ ਕਾਲ ਵੀ ਆ ਗਈ ਸੀ ਜੋ ਕਿ 12:30 ਵਜੇ ਆਈ ਸੀ। ਮੈਂ ਸੋਚਿਆ ਕਿ ਬਹੁਤ ਕੀ ਨੰਬਰ ਕਿਸ ਦਾ ਹੋ ਸਕਦਾ ਹੈ, ਪਰ ਮੈਨੂੰ ਕੁਝ ਵੀ ਯਾਦ ਨਾ ਆਇਆ ਤਾਂ ਮੈਂ ਉਸ ਨੰਬਰ ਨੂੰ ਏਦਾਂ ਹੀ ਕਿਸੇ ਨਾਮ ਤੋਂ ਸੇਵ ਕਰ ਲਿਆ ਤਾਂ ਜੋ ਜੇ ਉਸ ਨੰਬਰ ਤੇ ਕੋਈ ਫੋਟੋ ਲੱਗੀ ਹੋਵੇ ਤਾਂ ਮੈਨੂੰ ਦਿਖ ਜਾਵੇ। ਉਹੀ ਹੋਇਆ, ਨੰਬਰ ਸੇਵ ਕੀਤਾ ਹੀ ਸੀ ਕਿ ਮੈਨੂੰ ਉਸਦੀ ਫੋਟੋ ਲੱਗੀ ਦਿਖਾਈ ਦਿੱਤੀ। ਜਦੋਂ ਮੈਂ ਉਸ ਨੂੰ ਵੱਡੀ ਕਰਕੇ ਦੇਖਿਆ ਤਾਂ ਮੈਂ ਹੈਰਾਨ ਹੋ ਗਈ ਕਿ ਉਹ ਨੰਬਰ ਕਿਸੇ ਹੋਰ ਦਾ ਨਹੀਂ ਸਗੋਂ ਜਸਕਰਨ ਦਾ ਹੀ ਸੀ। ਮੈਂ ਆਪਣੇ ਦਿਮਾਗ ਤੇ ਜ਼ੋਰ ਪਾਇਆ ਤਾਂ ਮੈਨੂੰ ਯਾਦ ਆਇਆ ਕਿ ਜੋ ਉਸਦੀ ਮਿਸਡ ਵੌਇਸ ਕਾਲ ਸਮਾਂ ਦਿਖਾ ਰਹੀ ਸੀ ਉਸ ਸਮੇਂ ਤਾਂ ਅਸੀਂ ਦੋਵੇਂ ਬੈਠੇ ਗੱਲਾਂ ਕਰ ਰਹੇ ਸੀ। ਫਿਰ ਮੈਂ ਹੋਰ ਸੋਚਿਆ ਤਾਂ ਮੈਨੂੰ ਯਾਦ ਆਇਆ ਕਿ ਉਸਨੇ ਮੇਰੇ ਤੋਂ ਇਹ ਕਹਿ ਕੇ ਮੇਰਾ ਨੰਬਰ ਲਿਆ ਸੀ। ਚਲੋ ਹੁਣ ਬਹੁਤ ਗੱਲਾਂ ਤਾਂ ਆਪਾਂ ਇੱਥੇ ਹੀ ਕਲੀਅਰ ਵੀ ਨਹੀਂ ਕਰ ਸਕਦੇ, ਟਾਈਮ ਬਹੁਤ ਘੱਟ ਆ ਆਪਣੇ ਕੋਲ। ਤੁਸੀਂ ਮੇਰਾ ਨੰਬਰ ਆਪਣੇ ਫੋਨ 'ਚ ਸੇਵ ਕਰ ਲਓ। ਪਰ ਜਦੋਂ ਮੈਂ ਉਸ ਨੂੰ ਕਿਹਾ ਸੀ ਕਿ ਫੋਨ ਕਰਾਂ ਤਾਂ ਉਸਨੇ ਮੇਰੇ ਤੋਂ ਨੰਬਰ ਲੈ ਲਿਆ ਸੀ ਜੋ ਮੈਂ ਵੀ ਬੜੇ ਦਿਮਾਗ ਨਾਲ ਉਸ ਨੂੰ WhatsApp ਨੰਬਰ ਦੇ ਦਿੱਤਾ ਸੀ ਤਾਂ ਜੋ ਮੈਨੂੰ ਫੋਨ ਘੱਟ ਹੀ ਕਰ ਸਕੇ ਕਿਉਂਕਿ ਮੇਰਾ WhatsApp ਨੰਬਰ ਜ਼ਿਆਦਾਤਰ ਬੰਦ ਹੀ ਰਹਿੰਦਾ ਆ, ਕਦੇ-ਕਦੇ ਹੀ ਚੱਲਦਾ ਆ। ਮੈਨੂੰ ਇਹ ਸੀ ਕਿ ਜੇ ਮੈਂ ਉਸ ਨੂੰ ਆਪਣਾ ਕਾਲਿੰਗ ਵਾਲਾ ਨੰਬਰ ਦੇ ਦਿੰਦੀ ਤਾਂ ਉਹ ਹਰ ਸਮੇਂ ਚੱਲਦਾ ਰਹਿੰਦਾ ਆ ਤਾਂ ਉਸਨੇ ਮੈਨੂੰ ਬਹੁਤ ਤੰਗ ਕਰਿਆ ਕਰਨਾ ਸੀ। ਖੈਰ ਮੈਂ ਉਸ ਨੂੰ ਆਪਣੇ ਵੱਲੋਂ ਹਾਂਜੀ ਲਿਖ ਕੇ ਜਵਾਬ ਦਿੱਤਾ। ਉਸਨੇ ਸੀਨ ਕਰਕੇ ਛੱਡ ਦਿੱਤਾ। ਫਿਰ ਸ਼ਾਮ ਨੂੰ ਉਸਨੇ ਮੈਨੂੰ ਵੌਇਸ ਕਾਲ ਕਰ ਲਈ। ਜਸਕਰਨ, ਹੈਲੋ, ਹਾਂਜੀ ਕਿਵੇਂ ਹੋ? ਮੈਂ, ਹਾਂਜੀ ਬਸ ਵਧੀਆ ਏ, ਤੁਸੀਂ ਦੱਸੋ? ਜਸਕਰਨ, ਤੁਸੀਂ ਕਾਲਿੰਗ ਲਈ ਹੋਰ ਨੰਬਰ ਰੱਖਦੇ ਹੋ? ਨੰਬਰ ਤੇ ਕਾਲ ਕਰਦਾ ਸੀ ਮੈਂ ਲੱਗੀ ਨਹੀਂ। ਮੈਂ, ਹਾਂਜੀ ਬਸ ਬਹੁਤਾ ਨਹੀਂ ਚੱਲਦਾ ਰੱਖਦੀ ਮੈਂ ਫੋਨ ਨੰਬਰ ਤਾਂ ਕਰਕੇ ਆ। ਜਸਕਰਨ, ਹੋਰ ਦੱਸੋ ਕੋਈ ਗੱਲਬਾਤ? ਮੈਂ, ਬਸ ਠੀਕ ਠਾਕ, ਤੁਸੀਂ ਦੱਸੋ? ਜਸਕਰਨ, ਚਲੋ ਫਿਰ ਕਰਦਾ ਮੈਂ ਗੱਲ, ਕੰਮ ਕਰ ਲਵਾਂ ਮੈਂ। ਇੰਨਾ ਕਹਿ ਕੇ ਉਸਨੇ ਫੋਨ ਕਰ ਦਿੱਤਾ ਤੇ ਫਿਰ ਰਾਤ ਨੂੰ ਫੋਨ ਕਰ ਲਿਆ। ਪਹਿਲੀ ਵਾਰੀ ਮੈਂ ਕਿਸੇ ਮੁੰਡੇ ਨਾਲ ਰਾਤ ਨੂੰ ਗੱਲ ਕਰ ਰਹੀ ਸੀ। ਮੈਂ ਉਸ ਨੂੰ ਕਿਹਾ ਤੁਸੀਂ ਸਵੇਰੇ ਫੋਨ ਕਰ ਲਿਓ, ਬਹੁਤ ਰਾਤ ਆ ਹੁਣ, ਤੁਸੀਂ ਵੀ ਥੱਕੇ ਹੋਏ ਹੋਣੇ ਹੋ, ਰੈਸਟ ਕਰੋ ਹੁਣ ਤੁਸੀਂ ਨਹਾ ਕੇ। ਮੈਡਮ ਜੀ ਤੁਸੀਂ ਤਾਂ ਪਹਿਲੇ ਹੀ ਦਿਨ ਸਾਥ ਛੱਡ ਕੇ ਚੱਲਣ ਲਈ ਤਿਆਰ ਹੋ, ਜ਼ਿੰਦਗੀ ਕਿਵੇਂ ਲੰਘਾਓਗੇ? ਉਸਨੇ ਕਿਹਾ। ਨਹੀਂ ਏਦਾਂ ਦੀ ਕੋਈ ਗੱਲ ਨਹੀਂ, ਪਾਪਾ ਸੋਚਣ ਕਿ ਮਸਾਂ ਹੀ ਮੰਗਣੀ ਹੋਈ ਆ ਕੁੜੀ ਦੀ, ਇਹ ਤਾਂ ਫੋਨ ਹੀ ਨਹੀਂ ਛੱਡਦੀ। ਮੈਂ ਜਵਾਬ ਦਿੱਤਾ, ਹੁਣ ਤੁਸੀਂ ਜਸਕਰਨ ਦੇ ਹੋ, ਹੁਣ ਕਿਹੜੀ ਗੱਲ ਦਾ ਡਰ? ਉਸਨੇ ਪੁੱਛਿਆ। ਨਹੀਂ ਗੱਲ ਉਹ ਨਹੀਂ, ਤੁਸੀਂ ਦਿਨ 'ਚ ਫੋਨ ਕਰਿਓ, ਆਪਾਂ ਫੇਰ ਗੱਲਾਂ ਕਰਾਂਗੇ, ਵਧੀਆ ਨਹੀਂ ਲੱਗਦਾ। ਮੈਂ ਕਿਹਾ। ਲੱਗਦਾ ਤੁਸੀਂ ਮੈਨੂੰ ਗਲਤ ਸਮਝ ਲਿਆ, ਮੈਂ ਉਵੇਂ ਦਾ ਨਹੀਂ ਹੈਗਾ, ਜਸਕਰਨ ਨੇ ਕਿਹਾ। ਮੇਰੀ ਮਜਬੂਰੀ ਸਮਝੋ, ਦਿਨ ਵਿੱਚ ਗੱਲ ਕਰਦੇ ਹਾਂ ਕਿਉਂਕਿ ਉੱਪਰ ਖੜੀ ਗੱਲ ਕਰਦੀ ਹਾਂ ਮੈਂ, ਹੇਠਾਂ ਗੱਲ ਨਹੀਂ ਹੋਣੀ ਕਿਉਂਕਿ ਜੇ ਰੇਂਜ ਨਹੀਂ ਆਉਂਦੀ ਇਹ ਚੱਲਦੀ ਹੇਠਾਂ। ਨਾਲੇ ਦੂਜੀ ਗੱਲ, ਆਪਣੇ ਘਰ ਨਵਾਂ ਬਣਿਆ ਹੋਇਆ ਏ ਤਾਂ ਕਰਕੇ ਜੇ ਚਾਰੇ ਪਾਸਿਓਂ ਖੁੱਲਾ ਪਿਆ ਏ, ਜੰਗਲਾ ਵੀ ਨਹੀਂ, ਲੋਕਾਂ ਨੇ ਫੋਨ ਚੱਲਦਾ ਦੇਖ ਕੇ ਮੈਨੂੰ ਗਲਤ ਸਮਝ ਲੈਣਾ ਏ। ਮੈਂ ਦੱਸਿਆ। ਠੀਕ ਆ ਜੀ, ਮਰਜ਼ੀ ਆ, ਕਹਿ ਕੇ ਉਸਨੇ ਫੋਨ ਕੱਟ ਦਿੱਤਾ ਤੇ ਮੈਂ ਹੇਠਾਂ ਆ ਕੇ ਸੋ ਗਈ। ਇਸੇ ਤਰ੍ਹਾਂ ਇੱਕ ਦਿਨ ਉਸਨੇ ਮੇਰੇ ਨਾਲ ਰੋਮਾਂਟਿਕ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤਾਂ ਮੈਂ ਕੁਝ ਨਾ ਕਿਹਾ, ਪਰ ਜਦੋਂ ਉਹ 2 ਮਿੰਟ ਬਾਅਦ ਨਾ ਹਟਿਆ ਤਾਂ ਮੈਂ ਉਸਨੂੰ ਕਿਹਾ, ਤੁਸੀਂ ਪਲੀਜ਼ ਮੇਰੇ ਨਾਲ ਅਜੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਾ ਕਰਿਆ ਕਰੋ, ਮੈਨੂੰ ਇਹ ਗੱਲਾਂ ਪਸੰਦ ਨਹੀਂ। ਮੈਨੂੰ ਨਹੀਂ ਲੱਗਦਾ ਕਿ ਤੂੰ ਮੇਰੀ ਪਤਨੀ ਬਣਨ ਦੇ ਲਾਇਕ ਆ, ਤੈਨੂੰ ਤਾਂ ਇਹ ਨਹੀਂ ਪਤਾ ਕਿ ਬੰਦਾ ਖੁਸ਼ ਕਿਵੇਂ ਰੱਖੀਦਾ ਏ, ਉਸਨੇ ਮੈਨੂੰ ਕਿਹਾ। ਉਸਨੇ ਇੱਥੇ ਹੀ ਬਸ ਨਹੀਂ ਕੀਤੀ,
ਉਹ ਬੋਲਣ ਵੇਲੇ ਵੀ ਇੱਕਦਮ ਘਟੀਆ ਕਿਸਮ ਦੀ ਭਾਸ਼ਾ ਬੋਲਦਾ ਸੀ, ਜਿਸ ਨੂੰ ਮੇਰੇ ਵਰਗੇ ਬਕਵਾਸ ਕਹਿਣ ਤਾਂ ਵੀ ਘੱਟ ਆ। ਉਸ ਨੂੰ ਲੱਗਦਾ ਸੀ ਕਿ ਉਹ ਮਰਦਾ, ਸ਼ਾਇਦ ਇਸ ਗੱਲ ਕਰਕੇ ਮੈਂ ਉਸ ਨੂੰ ਝੱਲ ਲਵਾਂਗੀ। ਇਹੀ ਸੋਚ ਕੇ ਸ਼ਾਇਦ ਉਹ ਬਹੁਤ ਬਕਵਾਸ ਕਰਦਾ ਰਹਿੰਦਾ। ਮੈਂ ਆਪਣੇ ਪਰਿਵਾਰ ਨੂੰ ਇਸ ਲਈ ਕੁਝ ਨਾ ਦੱਸਿਆ, ਕਿਉਂਕਿ ਉਹ ਮੈਨੂੰ ਇਹ ਕਹਿਣ ਲੱਗ ਜਾਂਦੇ ਨੇ ਕਿ ਮੈਂ ਸ਼ਾਇਦ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਇਸੇ ਲਈ ਮੈਂ ਇਦਾਂ ਦੀਆਂ ਗੱਲਾਂ ਕਰਕੇ ਜਵਾਬ ਦਿਵਾਉਣਾ ਚਾਹੁੰਦੀ ਹਾਂ। ਹੋਰ ਤਾਂ ਹੋਰ, ਇੱਕ ਦਿਨ ਉਸਨੇ ਹੱਦ ਹੀ ਕਰ ਦਿੱਤੀ। ਮੈਂ ਸਾਡੇ ਸ਼ਗਨ ਵਾਲੇ ਦਿਨ ਸ਼ਾਮ ਨੂੰ ਇੱਕ ਬਹੁਤ ਹੀ ਪਿਆਰੀ ਜਿਹੀ ਕਵਿਤਾ ਲਿਖੀ, ਜਿਸ ਵਿੱਚ ਮੈਂ ਉਹਦੇ ਮੇਰੀ ਜ਼ਿੰਦਗੀ ਦੇ ਆਉਣ ਤੇ ਖੁਸ਼ੀ ਜ਼ਾਹਿਰ ਕੀਤੀ ਸੀ ਤੇ ਉਸਦੀ ਤਾਰੀਫ ਵੀ ਕੀਤੀ ਸੀ। ਉਸਨੇ ਕਿਹਾ ਕਿ ਉਹ ਕਵਿਤਾ ਤੇ ਮੇਰੀਆਂ ਬਾਕੀ ਸਾਰੀਆਂ ਰਚਨਾਵਾਂ ਵੀ ਮੈਂ ਕਾਪੀ ਕਰਕੇ ਆਪਣਾ ਨਾਮ ਲਿਖ ਕੇ ਪਾਉਂਦੀ ਰਹਿੰਦੀ ਹਾਂ। ਮੈਂ ਉਸ ਨੂੰ ਇਸ ਗੱਲ ਕਰਕੇ ਬਹੁਤ ਗੁੱਸੇ ਹੋਈ, ਪਰ ਉਸਨੇ ਮੇਰੇ ਤੋਂ ਇੱਕ ਵਾਰ ਵੀ ਮਾਫੀ ਨਾ ਮੰਗੀ। ਖੈਰ, ਹੁਣ ਤਾਂ ਇਹ ਕੰਮ ਰੋਜ਼ ਦਾ ਹੀ ਹੋ ਗਿਆ ਸੀ। ਉਸ ਦੀਆਂ ਗੱਲਾਂ ਦੱਸਦੀਆਂ ਸੀ ਕਿ ਉਹ ਸਿਰਫ ਸਰੀਰ ਦਾ ਭੁੱਖਾ ਇਨਸਾਨ ਆ, ਪਰ ਮੈਂ ਆਪਣੇ ਪਰਿਵਾਰ ਤੋਂ ਡਰਦੀ ਨੇ ਸਮਝੌਤਾ ਕਰ ਲਿਆ ਸੀ। ਇੱਕ ਦਿਨ ਉਸਨੇ ਮੈਨੂੰ ਕਿਹਾ, ਰਮਨ, ਅਲਮਾਰੀ ਲੈ ਕੇ ਆਉਣੀ ਆ, ਕਲਰ ਦੱਸ ਕਿਹੜਾ ਲਈਏ। ਕਿਉਂ, ਪਹਿਲਾਂ ਘਰੇ ਅਲਮਾਰੀ ਨਹੀਂ? ਮੈਂ ਪੁੱਛਿਆ। ਨਹੀਂ ਯਾਰ, ਹੈ ਨਹੀਂ, ਤੂੰ ਦੱਸ ਕਿਹੜਾ ਕਲਰ ਲਈਏ। ਉਸਨੇ ਫੇਰ ਸਵਾਲ ਕੀਤਾ। ਤੁਹਾਨੂੰ ਕਿਹੜਾ ਪਸੰਦ ਆ ਕਲਰ? ਮੈਂ ਪੁੱਛਿਆ। ਮੈਂ ਤਾਂ ਸੋਚਦਾ ਸੀ ਜਿਵੇਂ ਦਾ ਰੰਗ ਬੈਡਾਂ ਦਾ ਆ ਉਹੀ ਰੰਗ ਦੇ ਲੈ ਲਈਏ। ਕਿਹੜਾ ਕਲਰ ਆ ਬੈਡਾਂ ਦਾ? ਕਾਫੀ ਕਲਰ। ਠੀਕ ਆ, ਫਿਰ ਤੁਸੀਂ ਕਾਫੀ ਕਲਰ ਦੀ ਹੀ ਲੈ ਆਇਓ ਅਲਮਾਰੀ ਵੀ। ਠੀਕ ਆ, ਵੈਸੇ ਦੀਦੀ ਕਹਿੰਦੇ ਸੀ ਵੀ ਵਿਆਹ ਤੋਂ ਬਾਅਦ ਲੈ ਆਈ ਰਮਨ ਨੂੰ ਨਾਲ ਲੈ ਕੇ, ਉਹਦੀ ਪਸੰਦ ਦੀ। ਪਰ ਮੈਂ ਕਿਹਾ ਵੀ ਫਿਰ ਤੂੰ ਕੱਪੜੇ ਕਾਹਦੇ 'ਚ ਰੱਖਿਆ ਕਰੇਂਗੀ, ਤਾਂ ਕਰਕੇ ਲਿਆਉਣਾ ਏ। ਕੋਈ ਨਹੀਂ, ਫੇਰ ਲੈਣੀ ਆ ਤਾਂ ਫੇਰ ਲੈ ਲਿਓ, ਕੱਪੜੇ ਮੈਂ ਆਪਣੀ ਪੇਟੀ 'ਚ ਰੱਖ ਲਵਾਂਗੀ। ਨਹੀਂ ਨਹੀਂ, ਪੇਟੀ ਪੁੱਟੀ ਨਹੀਂ ਲਿਆਉਣੀ ਕੋਈ ਮੇਰੇ ਘਰ, ਐਵੇਂ ਬਸ ਤੂੰ ਇਹਨਾਂ ਦੇ ਗਲ ਗੁੱਠਾ ਦੇਵੇਂਗੀ। ਹੁਣ ਵੀ ਪੇਟੀ ਲੈ ਕੇ ਦਿਓ। ਪਹਿਲਾਂ ਵੀ ਮੈਨੂੰ ਸਾਰਾ ਸਮਾਨ ਦਿੱਤਾ ਸੀ, ਇਹਨਾਂ ਨੇ ਮੇਰੀ ਜ਼ਰੂਰਤ ਆ ਉਹੀ ਜਿਹੜਾ ਜਿਹੜਾ ਸਹੀ ਆ ਮੈਂ ਲੈ ਆਉਣਾ ਏ। ਪੇਟੀ ਵੀ ਨਵੀਂ ਹੀ ਪਈ ਆ ਮੇਰੀ। ਅੱਛਾ, ਚੱਲ ਮਰਜ਼ੀ ਆ ਤੇਰੀ। ਹੁਣ ਫ੍ਰਿਜ ਦੇਖੀਏ ਤੇਰੇ WhatsApp ਤੇ ਮੈਂ ਫੋਟੋਆਂ ਭੇਜੀਆਂ ਨੇ, ਦੱਸ ਕਿਹੜੀ ਪਸੰਦ ਆ ਤੈਨੂੰ। ਕਾਫੀ ਕਲਰ ਹੀ ਲੈ ਆਇਓ। ਫੋਟੋ ਦੇਖ ਕੇ ਪਸੰਦ ਕਰਦੇ ਹੋਏ ਮੈਂ ਕਿਹਾ, ਠੀਕ ਆ, ਹੁਣ ਹੋਰ ਕੀ ਰਹਿ ਗਿਆ। ਮੈਨੂੰ ਕੀ ਪਤਾ ਤੁਹਾਡੇ ਘਰ ਕੀ ਹੈਗਾ ਏ ਕੀ ਨਹੀਂ। ਦੇਖ, ਤੈਨੂੰ ਇੱਥੇ ਆ ਕੇ ਵੀ ਤਾਂ ਪਤਾ ਲੱਗ ਹੀ ਜਾਣਾ ਏ, ਇਸ ਲਈ ਮੈਂ ਹੁਣ ਤੈਨੂੰ ਹੁਣੇ ਦੱਸ ਦਿੰਨਾ ਏ। ਪਰ ਇਸ ਗੱਲ ਤੋਂ ਬਾਅਦ ਉਹ ਅਚਾਨਕ ਚੁੱਪ ਕਰ ਗਿਆ। ਮੈਂ ਬਹੁਤ ਹੈਲੋ ਹੈਲੋ ਕੀਤੀ, ਪਰ ਮੁੜ ਕੇ ਕੋਈ ਜਵਾਬ ਨਾ ਆਇਆ ਤੇ ਫਿਰ ਕੁਝ ਦੇਰ ਬਾਅਦ ਫੋਨ ਕੱਟਿਆ ਗਿਆ। ਮੈਂ ਫੋਨ ਬਹੁਤ ਲਾਇਆ, ਪਹਿਲਾਂ ਤਾਂ ਉਸਨੇ ਚੁੱਕਿਆ ਹੀ ਨਾ। ਫਿਰ ਜਦੋਂ ਮੈਂ ਕਈ ਵਾਰ ਫੋਨ ਕਰ ਲਿਆ ਤਾਂ ਫੋਨ ਹੀ ਬੰਦ ਆਉਣ ਲੱਗ ਗਿਆ। ਫਿਰ ਇੱਕ ਦਿਨ ਛੱਡ ਕੇ ਉਸਦਾ ਫੋਨ ਆਇਆ ਤੇ ਉਹ ਮੈਨੂੰ ਬਹੁਤ ਪਰੇਸ਼ਾਨ ਲੱਗਿਆ। ਮੈਂ ਕਿੰਨੀ ਵਾਰੀ ਪੁੱਛਿਆ, ਪਰ ਉਸਨੇ ਨਾ ਦੱਸਿਆ। ਫਿਰ ਜਦੋਂ ਮੈਂ ਨਾਰਾਜ਼ ਜਿਹੀ ਹੋ ਕੇ ਕਿਹਾ, ਚਲੋ ਠੀਕ ਆ, ਨਹੀਂ ਦੱਸਣਾ ਤਾਂ ਨਾ ਦੱਸੋ, ਬਾਈ, ਜਦੋਂ ਮੂੰਹ ਠੀਕ ਹੋਇਆ ਉਦੋਂ ਮੈਨੂੰ ਫੋਨ ਕਰ ਲਿਓ, ਤਾਂ ਉਹ ਬੋਲਿਆ, ਨਹੀਂ ਯਾਰ, ਫੋਨ ਨਾ ਕੱਟੀ। ਮੈਂ ਤੈਨੂੰ ਕਿਵੇਂ ਦੱਸਾਂ ਯਾਰ, ਮੈਨੂੰ ਸਮਝ ਨਹੀਂ ਲੱਗ ਰਹੀ, ਕਿਤੇ ਤੂੰ ਮੈਨੂੰ ਛੱਡ ਕੇ ਨਾ ਚਲੀ ਜਾਏ। ਸੱਚ ਸੁਣ ਕੇ ਤੁਸੀਂ ਸਾਫ਼-ਸਾਫ਼ ਦੱਸੋ ਕਿ। ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ। ਬਾਕੀ ਕੱਲ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ। ਬਣੇ ਰਹੋ ਚੈਨਲ ਦੇ ਨਾਲ।